ਚਾਹੇ ਤਾਂ ਸ਼ੁਰੂਆਤ ਹੋਈ ਸੀ, ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਣੀ ਸਾਹਿਬ ਨੂੰ ਤੇ ਤੁਹਾਨੂੰ ਕਿ ਸਮਝੌਤਾ ਕਰਾਉਣ ਨੂੰ ਲੈ ਕੇ ਕਿ ਤਾਲਮੇਲ ਬਿਠਾਓ, ਪਰ ਉਦੋਂ ਬਾਅਦ ਜੇ ਦੇਖੀਏ ਹੈ ਹੁਣ ਤੱਕ ਦਾ ਇਹ ਚੱਲ ਰਿਹਾ ਹੈ ਕਿ ਸਭ ਤੋਂ ਵੱਡਾ ਵਿਰੋਧ ਵੀ ਕਿਸਾਨਾਂ ਦੇ ਵਿੱਚ ਹਰਜੀਤ ਸਿੰਘ ਗਰੇਵਾਲ ਦਾ ਰਿਹਾ ਹੈ। ਇਹ ਅੰਦੋਲਨ ਵੈਸੇ ਕਮਿਊਨਿਸਟਾਂ ਨੇ, ਕਾਂਗਰਸੀਆਂ ਨੇ ਤੇ ਆਮ ਆਦਮੀ ਵਾਲਿਆਂ ਨੇ ਚਲਵਾਇਆ ਹੋਇਆ ਸੀ। ਜਿਹੜੀ ਗੁੰਡਾਗਰਦੀ ਕਰਦੇ ਸੀ ਉਹ ਉਹੀ ਕਰਦੇ ਸੀ। ਕਿਸੇ ਐਮਐਲਏ ਦੇ ਕੱਪੜੇ ਫਾੜ ਦੇਣੇ, ਮੌਬ ਲਿੰਚਿੰਗ ਕਰਨੀ, ਕਿਸੇ ਦਾ ਕੁਛ ਕਰਨਾ, ਇਸ ਤਰ੍ਹਾਂ ਦੀਆਂ ਘਟਨਾਵਾਂ, ਜਿਵੇਂ ਮੇਰੀ ਫਸਲ ਉਖਾੜਤੀ ਸੀ, ਤੇ ਇਹ ਸਾਰੇ ਕੰਮ ਕਿਸਾਨ ਨਹੀਂ ਕਰਦਾ ਕਦੇ ਵੀ। ਤੁਹਾਨੂੰ ਨਹੀਂ ਲੱਗਿਆ ਹੈਗਾ ਕਿ ਇਹਦੇ 'ਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਕਿ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਕਹਿ ਕੇ ਲਗਾਤਾਰ ਵਿਰੋਧ ਹੁੰਦਾ ਰਿਹਾ ਜੀ ਇਸ ਚੀਜ਼ ਦਾ? ਉਹ ਤਾਂ ਕਾਮਰੇਡ ਕਿ ਪੰਜਾਬ ਦੇ ਮੀਡੀਆ ਨੂੰ ਉਹਨਾਂ ਨੇ ਸਮਝਿਆ ਵੀ ਸੋਸ਼ਲ ਮੀਡੀਆ ਜਿਹੜਾ ਨਕਸਲਾਈਟ, ਕਾਮਰੇਡ, ਮਾਓਵਾਦੀ ਉਹ ਇਹ ਕਰਦੇ ਹੀ ਹੁੰਦੇ ਆ। ਇਹ ਅੰਦੋਲਨ ਬਣਾਇਆ ਜਾ ਰਿਹਾ ਸੀ ਕਿ ਇਹ ਸਿੱਖ ਵਰਸਸ ਸਰਕਾਰ, ਹਿੰਦੂ ਸਿੱਖ ਦਾ ਝਗੜਾ, ਇੱਥੋਂ ਹਿੰਦੂਆਂ ਦਾ ਪਲਾਇਨ ਕਰਾਉਣਾ, ਬਹੁਤ ਬੜੀ ਯੋਜਨਾ ਸੀ ਇਹਦੇ ਅੰਦਰ। ਪ੍ਰਧਾਨ ਮੰਤਰੀ ਜੀ ਸ਼੍ਰੀ ਗੁਰੂ ਨਾਨਕ ਦੇਵ ਤੋਂ ਪ੍ਰੇਰਣਾ ਲੈਂਦੇ। ਨਾਨਕ ਨੇ ਕਿਹਾ ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਤੇ ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ ਸੱਚ ਦੇ ਰਸਤੇ 'ਤੇ ਚੱਲਦੀ ਹੈ। ਮੈਂ ਸੱਚੇ ਮਨ ਨਾਲ ਕਾਨੂੰਨ ਬਣਾਇਆ। ਇਨਸਾਨ ਕੋਲੋਂ ਗਲਤੀ ਵੀ ਹੋ ਜਾਂਦੀ ਹੈ ਪਰ ਕਾਨੂੰਨ ਗਲਤ ਨਹੀਂ ਹੈ। ਕਾਂਗਰਸ ਦੇ ਮੱਥੇ ਤੇ ਦਾਗ ਲੱਗਿਆ ਹੋਇਆ ਸੀ ਸਿੱਖਾਂ ਦੀ ਨਸਲਕੁਸ਼ੀ ਦਾ ਤੇ ਕਤਲੇਆਮ ਦਾ, ਤੇ ਕਾਂਗਰਸ ਉਹ ਧੱਬਾ ਆਪਦੇ ਮੱਥੇ ਤੋਂ ਉਤਾਰ ਕੇ ਉਹ ਬੀਜੇਪੀ ਦੇ ਮੱਥੇ ਤੇ ਲਾਉਣਾ ਚਾਹੁੰਦੀ ਸੀ। ਪਰ ਰਾਜੇਵਾਲ ਦੀ ਤਾਂ ਮੈਂ ਖੁਦ ਸਟੇਟਮੈਂਟ ਸੁਣੀ ਹੈਗੀ ਉਰੇ ਚੰਡੀਗੜ੍ਹ 'ਚ ਹੀ। ਉਹਨਾਂ ਨੇ ਇੱਕ ਲੈਕਚਰ ਦੇ ਵਿੱਚ ਕਿਹਾ ਸੀ, ਕਹਿੰਦੇ ਅੱਗੇ ਮੈਨੂੰ ਲੱਗਦਾ ਹੁੰਦਾ ਸੀ ਵੀ ਕਾਮਰੇਡ ਗਲਤ ਨੇ, ਕਹਿੰਦੇ ਪਰ ਲੱਗਿਆ ਵੀ ਕਾਮਰੇਡ ਤਾਂ ਬੰਦੇ ਬਹੁਤ ਵਧੀਆ ਨੇ। ਵਧੀਆ ਨੇ, ਉਹਨਾਂ ਨੂੰ ਸਹਿਯੋਗ ਬਹੁਤ ਮਿਲਿਆ ਉਹਦਾ, ਤੇ ਹਰ ਤਰ੍ਹਾਂ ਦਾ ਸਹਿਯੋਗ ਬਾਹਰੋਂ ਵੀ ਆ ਰਿਹਾ ਸੀ ਉਹਨਾਂ ਨੂੰ, ਕਾਮਰੇਡਾਂ ਨੂੰ, ਤੇ ਉਹ ਰਾਜੇਵਾਲ ਜੀ ਨੂੰ ਤਾਂ ਵਧੀਆ ਲੱਗਣ ਲੱਗੇ। ਪੈਸਾ ਆਉਂਦਾ ਜਾਂ ਨਹੀਂ ਆਉਂਦਾ ਤਾਂ ਸੈਕੰਡਰੀ ਚੀਜ਼ ਹੈ, ਪਰ ਇਹ ਇਸ ਅੰਦੋਲਨ ਨੂੰ ਸਮਾਪਤ ਨਹੀਂ ਕਰਨਾ ਚਾਹੁੰਦੇ ਆ। 3 ਕਾਨੂੰਨ ਵਾਪਸ ਲੈ ਲੈਣਾ। ਹੁਣ ਪਰਸੋਂ ਬੁੱਧਵਾਰ ਨੂੰ ਕੈਬਨਿਟ ਨੇ ਵੀ ਕਰ ਦੇਣੀ ਅਪਰੂਵਲ, ਅਜੇ ਵੀ ਕਰੀ ਜਾਂਦੇ ਆ ਕਿਉਂਕਿ ਇਹ ਜ਼ਿਆਦਾ ਦਿਨ ਬੈਠਣਾ ਚਾਹੁੰਦੇ ਆ। ਕਿ ਸਾਰੇ ਲੀਡਰ, ਪਰ ਤੁਸੀਂ ਸਮਝਦੇ ਵੀ ਸਾਰੇ ਲੀਡਰ ਇੱਕੋ ਹੀ ਸੋਚ ਤੇ ਚੱਲ ਰਹੇ ਨੇ? ਨਹੀਂ, ਬਾਕੀ ਡਰਦੇ ਆ ਵਿੱਚੋਂ ਕਿਉਂਕਿ ਉਹ 5-5, 4-4 ਕਿਲੋਮੀਟਰ ਦੀਆਂ ਜਥੇਬੰਦੀਆਂ ਨੇ ਉਹਨਾਂ ਦੀਆਂ। ਅਸਲ ਗੱਲ ਆ। ਪਰ ਮੁੱਢ ਕਿਹੜਾ ਦੇਖਦੇ ਹੋ ਤੁਸੀਂ? ਮੁੱਢ ਕਿਹਨਾਂ ਨੂੰ ਦੇਖਦੇ ਹੋ? ਇਹਦੇ 'ਚ ਉਗਰਾਹਾਂ ਦੀ ਜਥੇਬੰਦੀ ਬੜੀ ਹੈ, ਠੀਕ ਹੈ, ਤੇ ਟਿਕਾਇਤ ਦਾ ਤਾਂ ਪਹਿਲਾਂ ਤੋਂ ਹੀ ਪਤਾ ਕੀ ਕਰੈਕਟਰ ਹੈ, ਬਾਕੀਆਂ ਦਾ ਵੀ ਪਤਾ ਸਾਰਿਆਂ ਦਾ। ਜਿਹੋ ਜਿਹਾ ਕਾਨੂੰਨ ਤੁਸੀਂ ਬਣਾਉਣਾ ਬਣਾ ਲਓ, ਠੀਕ ਹੈ। MSP ਤੇ ਇਹ ਵੀ ਕਹਿਤਾ, ਉਸ ਦੇ ਬਾਵਜੂਦ ਵੀ ਇਹਨਾਂ ਦੀ ਤਸੱਲੀ ਨਹੀਂ ਹੋ ਰਹੀ ਕਿ ਕੋਈ 2024 ਤੱਕ ਬੈਠਣਾ। ਔਰ ਇਹ ਕਹਿੰਦੇ ਸਾਨੂੰ ਬੁਲਾ ਕੇ ਨਾ ਕੀਤਾ। ਤੁਹਾਨੂੰ ਬੁਲਾਇਆ ਭਾਈ, 11-12 ਵਾਰ ਬੁਲਾਇਆ, ਤੁਸੀਂ ਤਾਂ ਮੰਨਦੇ ਹੀ ਨਹੀਂ ਕਿਸੇ ਗੱਲ ਤੇ। ਦਿੱਲੀ ਪੁਲਿਸ ਨੂੰ ਸਲੂਟ ਕਰਨਾ ਚਾਹੀਦਾ, ਅਮਿਤ ਸ਼ਾਹ ਤੇ ਮੋਦੀ ਜੀ ਨੂੰ ਸਲੂਟ ਕਰਨਾ ਚਾਹੀਦਾ। ਇਹ ਉਦਣ ਸਿੱਖਾਂ ਦੀ ਕਾਤਲ ਬਣਾਉਣਾ ਚਾਹੁੰਦੇ ਸੀ ਸਰਕਾਰ ਨੂੰ, ਤੇ ਉਹਨਾਂ ਨੇ 30-30 ਫੁੱਟ ਤੋਂ ਛਾਲਾਂ ਮਾਰੀਆਂ। ਤੁਸੀਂ ਵੀ ਕਵਰੇਜ ਕੀਤੀ ਹੈ, ਔਰ ਜ਼ਖਮੀ ਹੋ ਗਏ। ਲਾਠੀ ਉਹਨਾਂ ਕੋਲ ਸੀ, ਗੋਲੀ ਉਹਨਾਂ ਕੋਲ ਸੀ, ਡੰਡਾ ਉਹਨਾਂ ਕੋਲ ਸੀ, ਸਭ ਚਲਾ ਸਕਦੇ ਸੀ, ਨਹੀਂ ਚਲਾਇਆ। ਉਹਨਾਂ ਨੇ ਡਿਸਪਲਿਨ ਦਾ ਪਾਲਣ ਕੀਤਾ ਔਰ ਖੁਦ ਜ਼ਖਮੀ ਹੋ ਗਏ। ਅੱਜ ਕਾਂਗਰਸ ਵਾਲਾ ਇੱਕ ਪਤਾ ਹੀ ਕਹਿ ਰਿਹਾ ਸੀ, ਮੈਂ ਕਿਹਾ ਵੀ ਉਹ ਕਹਿੰਦਾ 84 ਦੇ ਜਿਹੜੇ ਨਸਲਕੁਸ਼ੀ ਹੋਈ ਹੈ ਸਿੱਖਾਂ ਦੀ, ਉਹ ਬੀਜੇਪੀ ਨੇ ਕਰਾਈ ਹੈ। ਮੈਂ ਕਿਹਾ ਸੱਜਣ ਕੁਮਾਰ ਸਾਡਾ ਮੈਂਬਰ ਪਾਰਲੀਮੈਂਟ ਸੀ, ਤੇ ਜਗਦੀਸ਼ ਟਾਈਟਰ ਵੀ ਸਾਡਾ ਹੀ ਸੀ, ਮਿਨਿਸਟਰ ਸੀ, ਔਰ ਕਮਲਨਾਥ ਵੀ ਸਾਡਾ ਹੀ ਸੀ। ਲੋਕ ਝੂਠ ਬੋਲਦੇ ਦੇਖਦੇ ਨਹੀਂ, ਇਹ ਝੂਠ ਬੋਲਦੇ ਆ। ਦਰਸ਼ਨਪਾਲ ਤਾਂ ਜਿਹੜਾ ਫਾਊਂਡਰ ਮੈਂਬਰ ਹੈ ਨਕਸਲਾਈਟਸ ਦਾ, ਠੀਕ ਹੈ, ਇੱਥੇ ਉਹ ਤਾਂ ਬਹੁਤ ਬੜਾ ਉਹਦੇ 'ਚ ਹੀ ਹੈ। ਰਾਜੇਵਾਲ ਵੀ ਇਹਨਾਂ ਨਾਲ ਹੀ ਮਿਲ ਗਿਆ। ਰਾਜੇਵਾਲ ਝੂਠ ਬਹੁਤ ਬੋਲਦਾ, ਮੈਂ ਇਹ ਕਹੂੰਗਾ। ਮੈਂ ਉਹਦੀ ਬੜੀ ਇੱਜ਼ਤ ਕਰਦਾ ਸੀ। ਤੁਸੀਂ ਰਾਜਪੁਰੇ ਤੋਂ ਦੁਬਾਰੇ ਲੜ ਰਹੇ ਹੋ ਚੋਣਾਂ ਫਿਰ? ਇਸ ਵਿੱਚ ਦੇਖੋ, ਮੇਰਾ ਰੋਲ ਮੇਰੀ ਪਾਰਟੀ ਨੇ ਤੈਅ ਕਰਨਾ ਹੁੰਦਾ। ਮੈਂ ਇਹ ਨਹੀਂ ਕਹਿੰਦਾ ਮੈਂ ਲੜ ਰਿਹਾ, ਵੈਸੇ ਮੈਂ ਤਿਆਰੀ ਕੀਤੀ। ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਵੀ ਜਿਸ ਤਰ੍ਹਾਂ ਦੇ ਨਾਲ ਹਜੇ ਵੀ ਕੱਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੇ ਘਰਾਵ ਦੀ ਹੈ ਹਜੇ ਕਾਲ, ਉਹ ਹਜੇ ਵਾਪਸ ਨਹੀਂ ਹੋਈ ਹੈਗੀ। ਜੇ ਚੋਣਾਂ ਨੂੰ ਸਮਾਂ ਥੋੜਾ ਰਹਿ ਗਿਆ, ਅਮੂਮਨ ਤੌਰ ਤੇ ਪਾਰਟੀਆਂ ਸ਼ੁਰੂ ਕਰ ਗਈਆਂ ਨੇ। ਦੇਖੋ, ਜਿਹੜੇ ਅਨਸਰ ਨੇ, ਮੈਂ ਅੱਜ ਕਹਿਣਾ ਕਿ ਇਹਨਾਂ ਨੇ ਤਾਂ ਰੁਕਣਾ ਨਹੀਂ ਆਪਣੀਆਂ ਗਤੀਵਿਧੀਆਂ ਤੋਂ, ਚਾਹੇ ਅੰਦੋਲਨ ਸਮਾਪਤ ਹੋ ਜਾਏ, ਚਾਹੇ ਕਿਸਾਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਓ, ਮੰਨ ਵੀ ਲਈਆਂ ਨੇ। ਉਸ ਤੋਂ ਬਾਅਦ ਵੀ ਇਹਨਾਂ ਨੇ ਨਹੀਂ ਮੰਨਣਾ, ਇਹ ਤਾਂ ਆਪਦੇ ਕੰਮ ਕਰਨਗੇ। ਹਰਜੀਤ ਗਰੇਵਾਲ ਦਾ ਤਾਂ ਸਭ ਤੋਂ ਵੱਡਾ ਵਿਰੋਧ ਆ। ਤੁਹਾਨੂੰ ਡਰ ਨਹੀਂ ਲੱਗਦਾ ਵੀ ਆਖਰ ਚੋਣਾਂ 'ਚ ਜਾਊਂਗਾ ਤਾਂ ਕਿਤੇ ਕੱਲ੍ਹ ਵਿਰੋਧ ਹੋਊਗਾ? ਮੈਂ ਤਾਂ ਕੱਲ੍ਹ ਵੀ ਆਪਦੇ ਹਲਕੇ 'ਚ ਸੀ, ਅੱਗੇ ਵੀ ਜਾਊਂਗਾ। ਮੈਂ ਤਾਂ ਕਹਿੰਦਾ ਰਾਜੇਵਾਲ ਆ ਕੇ ਚੁਣਾਵ ਲੜ ਲਏ ਮੇਰੇ ਸਾਹਮਣੇ। ਦੋਸ਼ੀ ਤਾਂ ਕਾਂਗਰਸ ਆ ਜਿਹਨੇ ਨਸਲਕੁਸ਼ੀ ਕੀਤੀ ਹੈ, ਉਹਨੂੰ ਕਹਿੰਦੇ ਨਹੀਂ ਹੈਗੇ। ਕਾਂਗਰਸ ਨੇ ਕਿਹਾ ਕਿ 90,000 ਕਰੋੜ ਦਾ ਕਰਜ਼ਾ ਮਾਫ ਕਰਾਂਗੇ, ਕੀਤਾ ਨਹੀਂ ਹੈ। ਉਹਦੇ ਬਾਰੇ ਰਾਜੇਵਾਲ ਦੀ ਜ਼ੁਬਾਨ ਨਹੀਂ ਨਿਕਲਦੀ ਕਿਉਂਕਿ ਕਾਂਗਰਸ ਦੇ ਬੰਦੇ ਨੇ। 50-50 ਲੱਖ ਲਖੀਮਪੁਰ ਖੀਰੀ ਜਾ ਕੇ ਦੇ ਕੇ ਆਏ ਆ। ਇੱਥੇ ਕਹਿਣ ਨਾ ਦੇਣ 50-50 ਲੱਖ, ਅਸੀਂ ਕਹਿੰਦੇ ਆ ਮੇਰੀ ਮੰਗ ਆ ਪੰਜਾਬ ਸਰਕਾਰ ਤੋਂ ਦਿਓ 50-50 ਲੱਖ। ਬੀਜੇਪੀ ਵਾਲੇ ਖੁਦ ਸਪੋਰਟ ਕਰਦੇ ਨੇ ਕੰਗਨਾ ਨੂੰ? ਦੇਖੋ, ਅਸੀਂ ਕਿਸੇ ਐਸੀ ਗੱਲ ਨੂੰ ਸਪੋਰਟ ਨਹੀਂ ਕਰਦੇ ਜਿਹੜੀ ਅਨੈਤਿਕ ਹੋਵੇ। ਇਹ ਤੁਹਾਡੇ ਤੋਂ ਮੈਂ ਪਹਿਲੀ ਵਾਰੀ ਤਾਂ ਪੁੱਛਿਆ ਕਿਉਂਕਿ ਲਗਾਤਾਰ ਜੇ ਦੇਖਿਆ ਜਾਵੇ ਰੋਲ ਰਿਹਾ ਉਹਨਾਂ ਦਾ ਵੀ ਇਸ 'ਚ। ਜਿਹੜੀ ਗੱਲ ਅਨੈਤਿਕ ਹੋਵੇ ਉਹਦਾ ਅਸੀਂ ਕਦੇ ਸਮਰਥਨ ਨਹੀਂ ਕਰਦੇ। ਕੰਗਨਾ ਰਣੌਤ ਪਹਿਲੀ ਗੱਲ ਤਾਂ ਸਾਡੀ ਮੈਂਬਰ ਨਹੀਂ ਹੈ,
ਉਹਨੂੰ ਫਿਲਮ ਸਟਾਰ ਹੋਣ ਦੀ ਵਜ੍ਹਾ ਕਰਕੇ ਇਹ ਮਿਲਿਆ, ਜਿਹੜਾ ਅਵਾਰਡ ਮਿਲਿਆ। ਔਰ ਉਹਨੂੰ ਜਿਹੜੀ ਸਿਕਿਉਰਿਟੀ ਮਿਲੀ, ਜਿਹੜਾ ਉਹਨੂੰ ਰਿਸਕ ਉੱਥੋਂ ਸਟੇਟ ਗਵਰਨਮੈਂਟ ਤੋਂ ਹੋਇਆ, ਖਤਰਾ ਹੋਇਆ, ਉਸ ਕਰਕੇ ਮਿਲੀ ਸੀ। ਉਹ ਜੇ ਗਲਤ ਗੱਲਾਂ ਕਰੂਗੀ, ਉਹਨਾਂ ਦੇ ਅਸੀਂ ਸਮਰਥਕ ਨਹੀਂ ਹੈਗੇ। ਕੰਗਨਾ ਰਣੌਤ ਕਈ ਚੀਜ਼ਾਂ 'ਚ ਬਹੁਤ ਗਲਤ ਬੋਲਦੀ ਹੈ, ਉਹ ਨਫ਼ਰਤ ਫੈਲਾਉਣ ਵਾਲੀ ਗੱਲ ਹੈ। ਉਹਨੂੰ ਇਹ ਨਹੀਂ ਪਤਾ ਵੀ ਖਾਲਸਾ ਦਾ ਇਤਿਹਾਸ ਕੀ ਹੈ, ਹਿਸਟਰੀ ਨਹੀਂ ਵਿਚਾਰੀ ਨੂੰ ਪਤਾ। ਉਹ ਬੋਲੀ ਜਾਂਦੀ ਹੈ ਪੈਰਾਂ ਹੇਠ ਦਰੜ ਤੇ ਉਹ ਕਰਤੇ। ਅੱਜ ਖਾਲੀ ਹਰੀ ਸਿੰਘ ਨਲਵਾ ਦਾ ਇਤਿਹਾਸ ਪੜ੍ਹ ਲਏ। ਹਰੀ ਸਿੰਘ ਨਲਵਾ ਦੀ ਵਜ੍ਹਾ ਕਰਕੇ ਅੱਜ ਜਿਹੜੀਆਂ ਲੋਕ ਸਲਵਾਰਾਂ ਪਾਉਂਦੇ ਨੇ ਨਾ ਅਫਗਾਨਿਸਤਾਨ 'ਚ, ਉਹਦੀਆਂ ਪਵਾਈਆਂ ਹੋਈਆਂ ਨੇ। ਪਰ ਉਰੇ ਵੀ ਪਾਈ ਜਾਂਦੇ ਨੇ ਕਈ ਤਾਂ ਉਰੇ ਵੀ ਪਾਈ ਜਾਂਦੇ ਨੇ, ਲੀਡਰ ਵੀ ਪਾਈ ਜਾਂਦੇ। ਉਹ ਪਾਈ ਜਾਣ, ਤੇ ਉਹ ਉਹਨਾਂ 'ਚੋਂ ਹੀ ਨੇ। ਨਵਜੋਤ ਸਿੰਘ ਸਿੱਧੂ ਪਾਉਂਦੇ ਆ ਕਦੇ ਕਦੇ। ਖਨ ਤਾਂ ਇਹ ਕਿਹਾ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਤੂਣ ਸਵਾਏ ਹੋਏ। ਤੇ ਇਹ ਕੰਗਨਾ ਰਣੌਤ ਨੂੰ ਪਤਾ ਨਹੀਂ ਹੈ ਕਿ ਉਹਨੂੰ ਇਹ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ, ਔਰ ਇਹਦੇ ਲਈ ਮੈਂ ਸਮਝਦਾ ਕਿ ਉਹਨੂੰ ਮਾਫੀ ਵੀ ਮੰਗਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਕਿਸਾਨੀ ਅੰਦੋਲਨ ਚੱਲਿਆ, ਕਿਸਾਨੀ ਅੰਦੋਲਨ ਹਜੇ ਵੀ ਚੱਲ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕਰਤਾ, ਨਾਲ ਹੀ ਮਾਫੀ ਵੀ ਮੰਗ ਲਈ ਕਿ ਆਖਰ ਕਿਸਾਨੀ ਕਾਨੂੰਨਾਂ ਨੂੰ ਸਮਝਾਉਣ 'ਚ ਅਸੀਂ ਅਸਮਰਥ ਰਹੇ ਹਾਂ ਤਾਂ ਅਸੀਂ ਰੱਦ ਕਰਾਂਗੇ ਕਾਨੂੰਨ, ਵਾਪਸ ਲਵਾਂਗੇ। ਸ਼ਬਦਾਵਲੀ 'ਚ ਫਰਕ ਹੋ ਸਕਦਾ, ਪਰ ਮਕਸਦ ਇਹੀ ਸੀ ਪ੍ਰਧਾਨ ਮੰਤਰੀ ਦਾ ਕਿ ਕਾਨੂੰਨ ਵਾਪਸ ਲੈ ਲਏ, ਕਿਸਾਨ ਖੁਸ਼ੀ-ਖੁਸ਼ੀ ਆਪਦੇ ਘਰਾਂ ਨੂੰ ਜਾਣ। ਪਰ ਕਿਸਾਨਾਂ ਨੇ ਕੱਲ ਮੀਟਿੰਗ ਹੋਈ ਆ, ਮੀਟਿੰਗ ਤੋਂ ਬਾਅਦ ਐਲਾਨ ਕਰਤਾ ਕਿ ਹਜੇ ਨਹੀਂ ਸੰਘਰਸ਼ ਖਤਮ ਹੋਊਗਾ। MSP ਦਾ ਵੀ ਮੁੱਦਾ ਹੈ, ਨਾਲ ਹੀ ਹਜੇ ਇੰਤਜ਼ਾਰ ਰਹੂਗਾ ਕਿ ਕਦੋਂ ਸੰਸਦ 'ਚ ਖਤਮ ਹੁੰਦਾ। ਪ੍ਰੋਗਰਾਮ ਜਿਉਂਦੇ ਤਿਉਂ ਰਹਿਣਗੇ ਜਿਹੜੇ ਦਿੱਤੇ ਗਏ। ਹਰਜੀਤ ਸਿੰਘ ਗਰੇਵਾਲ ਸਾਡੇ ਨਾਲ ਨੇ, ਇਹਨਾਂ ਦੇ ਨਾਲ ਇਹ ਵੀ ਗੱਲ ਕਰਾਂਗੇ, ਇੱਕ ਤਾਂ ਚੋਣਾਂ ਦਾ ਅਸਰ ਕੀ ਰਹੂ, ਤੇ ਦੂਸਰਾ ਇਹ ਕਿ ਉਹ ਸ਼ਖਸੀਅਤਾਂ ਦੇ ਨਾਲ ਲਗਾਤਾਰ ਮੁਲਾਕਾਤ ਹੁਣ ਅਸੀਂ ਕਰ ਰਹੇ ਹਾਂ ਜਿਨ੍ਹਾਂ ਦਾ ਇਸ ਪੂਰੇ ਅੰਦੋਲਨ 'ਚ ਰੋਲ ਰਿਹਾ, ਚਾਹੇ ਵਿਰੋਧ ਪਾਸਿਓਂ, ਚਾਹੇ ਪੱਖ ਪਾਸਿਓਂ, ਚਾਹੇ ਉਹ ਭਾਵੁਕ ਹੋ ਕੇ ਲੜਦੇ ਰਹੇ, ਚਾਹੇ ਉਹ ਆਪਦੇ ਹੱਕਾਂ ਨੂੰ ਲੈ ਕੇ ਅੱਗੇ ਹੁੰਦੇ ਰਹੇ। ਗਰੇਵਾਲ ਸਾਹਿਬ, ਦੇਖਿਆ ਜਾਵੇ ਜਿਹੜੇ ਕਹੀਏ ਕਿ ਪੂਰੇ ਅੰਦੋਲਨ 'ਚ ਲਗਾਤਾਰ ਲੋਕ ਜੁੜੇ ਰਹੇ, ਤੁਸੀਂ ਵੀ ਉਸ ਮੇਨ ਲੀਡ 'ਚ ਰਹੇ, ਚਾਹੇ ਤਾਂ ਸ਼ੁਰੂਆਤ ਹੋਈ ਸੀ, ਤੁਹਾਨੂੰ ਜ਼ਿੰਮੇਵਾਰੀ ਦਿੱਤੀ ਜਾਣੀ ਸਾਹਿਬ ਨੂੰ ਤੇ ਤੁਹਾਨੂੰ ਕਿ ਸਮਝੌਤਾ ਕਰਾਉਣ ਨੂੰ ਲੈ ਕੇ ਕਿ ਤਾਲਮੇਲ ਬਿਠਾਓ, ਪਰ ਉਦੋਂ ਬਾਅਦ ਜੇ ਦੇਖੀਏ ਹੁਣ ਤੱਕ ਦਾ ਇਹ ਚੱਲ ਰਿਹਾ ਹੈ ਕਿ ਸਭ ਤੋਂ ਵੱਡਾ ਵਿਰੋਧ ਵੀ ਕਿਸਾਨਾਂ ਦੇ ਵਿੱਚ ਹਰਜੀਤ ਸਿੰਘ ਗਰੇਵਾਲ ਦਾ ਰਿਹਾ। ਦੇਖੋ, ਮੇਰੀ ਕੋਈ ਇਹੋ ਜਿਹਾ ਵਿਰੋਧ ਤਾਂ ਚਲੋ ਉਹਨਾਂ ਨੇ ਕੀਤਾ, ਅਲੱਗ ਗੱਲ ਆ। ਐਸੇ ਅਨਸਰ ਵੀ ਸੀਗੇ ਉਹਨਾਂ 'ਚ, ਤੇ ਅਲੱਗ-ਅਲੱਗ ਵਿਚਾਰਧਾਰਾ ਦੇ ਲੋਕ ਸੀ। ਅੰਦੋਲਨ ਕਿਸਾਨ ਜਥੇਬੰਦੀਆਂ ਦਾ ਸੀ। ਦੇਸ਼ 'ਚ ਖੇਤੀ ਤੇ ਆਧਾਰਿਤ ਕਿਸਾਨ ਜਿਹੜਾ ਉਹ 24 ਕਰੋੜ, ਉਸ ਤੋਂ ਵੀ ਜ਼ਿਆਦਾ। ਜੇ ਮੂੰਗਫਲੀ ਦੀ ਰੇਹੜੀ ਲਾਉਂਦਾ ਉਹ ਵੀ ਖੇਤੀ ਤੇ ਆਧਾਰਿਤ ਆ, ਜੇ ਸਬਜ਼ੀ ਦੀ ਰੇਹੜੀ ਲਾਉਂਦਾ ਉਹ ਵੀ ਖੇਤੀ ਤੇ ਆਧਾਰਿਤ ਆ, ਜੇ ਕੋਈ ਹੋਰ ਕੰਮ ਕਰਦਾ, ਕੋਈ ਪੈਸਟੀਸਾਈਡ ਦੀ ਦੁਕਾਨ ਕਰਦਾ, ਕੋਈ ਯੂਰੀਆ ਦੀ ਕਰਦਾ, ਉਹ ਵੀ ਖੇਤੀ ਤੇ ਹੀ ਬੇਸਡ ਹੈ। ਇਸ ਕਰਕੇ ਜਿਹੜਾ ਵਿਰੋਧ ਸੀ, ਜਿਹੜਾ ਉਹ ਸਿਰਫ 4-5 ਲੱਖ ਕਿਸਾਨਾਂ ਦੀ ਤਰਫੋਂ ਸੀ, ਜ਼ਿਆਦਾ ਨਹੀਂ ਸੀ, ਔਰ 5-6 ਜ਼ਿਲ੍ਹਿਆਂ ਦਾ ਸੀ। ਪੰਜਾਬ 'ਚ ਵੀ ਪੂਰਾ ਪੰਜਾਬ ਨਹੀਂ ਸੀ। ਤੇ ਇਹ ਜਥੇਬੰਦੀਆਂ ਜਿਹੜੀਆਂ ਸੀ ਅਲੱਗ-ਅਲੱਗ ਵਿਚਾਰਧਾਰਾ ਦੇ ਨਾਲ ਜੁੜੀਆਂ ਹੋਈਆਂ ਸੀ। ਕੋਈ ਕਮਿਊਨਿਸਟ ਸੀ, ਕੋਈ ਕਾਂਗਰਸੀ ਸੀ। ਇਹ ਅੰਦੋਲਨ ਵੈਸੇ ਕਮਿਊਨਿਸਟਾਂ ਨੇ, ਕਾਂਗਰਸੀਆਂ ਨੇ ਤੇ ਆਮ ਆਦਮੀ ਵਾਲਿਆਂ ਨੇ ਚਲਵਾਇਆ ਹੋਇਆ ਸੀ। ਜਿਹੜੀ ਗੁੰਡਾਗਰਦੀ ਕਰਦੇ ਸੀ ਉਹ ਉਹੀ ਕਰਦੇ ਸੀ। ਕਿਸਾਨ ਨਹੀਂ ਕਦੇ ਗੁੰਡਾਗਰਦੀ ਕਰਦਾ। ਕਿਸੇ MLA ਦੇ ਕੱਪੜੇ ਫਾੜ ਦੇਣੇ, ਮੌਬ ਲਿੰਚਿੰਗ ਕਰਨੀ, ਕਿਸ ਦਾ ਕੁਛ ਕਰਨਾ, ਇਸ ਤਰ੍ਹਾਂ ਦੀਆਂ ਘਟਨਾਵਾਂ, ਜਿਵੇਂ ਮੇਰੀ ਫਸਲ ਉਖਾੜਤੀ ਸੀ, ਤੇ ਇਹ ਸਾਰੇ ਕੰਮ ਕਿਸਾਨ ਨਹੀਂ ਕਰਦਾ ਕਦੇ ਵੀ। ਕੁਛ ਤਾਂ ਗੱਲ ਇਹ ਆਈ ਵੀ ਰੋਹ ਇੰਨਾ ਵਧ ਗਿਆ ਲੋਕਾਂ 'ਚ, ਇੱਕ ਜਨ ਅੰਦੋਲਨ ਦੇ ਵਿੱਚ, ਜਿਵੇਂ ਕਹਿੰਦੇ ਕਿ ਜਨ ਲੜਾਈ ਬਣ ਗਈ। ਅਰੇ ਰਹਿਣ ਦਿਓ ਯਾਰ, ਜਨ ਲੜਾਈ ਇੱਦਾਂ ਬਣਦੀ ਹੁੰਦੀ ਹੈ? ਲੋਕਤੰਤਰ ਆ, ਲੋਕਤੰਤਰ 'ਚ ਕੋਈ ਇੱਦਾਂ ਦੀਆਂ ਲੜਾਈਆਂ ਹੁੰਦੀਆਂ? ਇਸ ਕਰਕੇ ਤਾਂ ਉਹਨਾਂ ਨੂੰ ਮੁਬਾਰਕ। ਔਰ ਪਰ ਇਹ ਸ਼ਾਂਤਮਈ ਅੰਦੋਲਨ ਵੀ ਨਹੀਂ ਸੀਗਾ। ਤੇ ਜਦੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਐਗਜ਼ਾਮ ਹੋਇਆ, ਉਹਦੇ 'ਚ 72 ਦੇ ਕਰੀਬ ਲੋਕ ਜਿਹੜੇ ਸੀ ਉਹ ਰੱਖੇ ਜਾਣੇ ਸੀ। ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਵੀ ਇਹ ਅੰਦੋਲਨ ਜਿਹੜਾ ਹੈਗਾ, ਜਿਹੜੇ ਖੇਤੀ ਕਾਨੂੰਨ ਨੇ, ਕੀ ਇਹ ਜਿਹੜੇ ਆ ਕਿਸਾਨ ਹਿੱਤ 'ਚ ਨੇ ਜਾਂ ਕਿਸਾਨ ਵਿਰੋਧੀ ਨੇ, ਕਾਲੇ ਕਾਨੂੰਨ ਨੇ? ਉਹਨਾਂ ਨੇ ਕਿਹਾ ਇਹ ਕਿਸਾਨ ਦੇ ਹਿੱਤ 'ਚ ਕਾਨੂੰਨ ਨੇ। ਮੈਂ ਨਹੀਂ ਕਿਹਾ, ਉਹਨਾਂ ਨੇ ਕਿਹਾ ਜਿਨ੍ਹਾਂ ਨੇ ਆਉਣ ਵਾਲੇ 25-25 30 ਸਾਲ ਪੰਜਾਬ ਨੂੰ ਪ੍ਰਸ਼ਾਸਨਿਕ ਸੇਵਾਵਾਂ ਦੇਣੀਆਂ ਨੇ। ਉਹਨਾਂ ਨੂੰ ਤਾਂ ਕੀ ਪਤਾ ਲੱਗਦਾ ਹੋਵੇ ਵੀ ਸਰਕਾਰ ਦੇ ਬੰਦੇ ਬੈਠੇ ਨੇ, ਅਸੀਂ ਵਿਰੋਧ ਕਰਤਾ ਤੇ ਕਿਤੇ ਕੱਲ੍ਹ ਸਾਡਾ ਨੁਕਸਾਨ ਨਾ ਹੋ ਜੇ। ਨਹੀਂ, ਚਲੋ ਬਾਕੀ ਚੀਜ਼ਾਂ 'ਚ ਨੁਕਸਾਨ ਦੀ ਗੱਲ ਹੋ ਗਈ। ਹੋਰ ਸੁਣ ਲਓ ਗੱਲ, ਉੱਥੇ ਐਗਜ਼ਾਮ 'ਚ ਕੋਈ ਗਲਤ ਚੀਜ਼ ਦੇ ਕੇ ਉਹਨਾਂ ਨੇ ਆਪਣਾ ਬਾਹਰ ਹੋਣਾ ਸੀ ਐਗਜ਼ਾਮ ਤੋਂ। ਉਹ ਤਾਂ ਜੋ ਜੈਨੂਨ ਗੱਲ ਹੋ ਉਹੀ ਤਾਂ ਕਹਿਣਗੇ, ਤਾਂ ਹੀ ਤਾਂ ਟਿਕ ਹੋਏਗਾ। ਉਹ ਜਿਹੜੇ ਦੇਖਣ ਵਾਲੇ, ਪੇਪਰ ਦੇਖਣ ਵਾਲੇ, ਤਾਂ ਹੀ ਕਿਹਾ ਨਾ ਵੀ ਪੇਪਰ ਦੇਖਣ ਵਾਲਿਆਂ ਨੂੰ ਜੇ ਸਰਕਾਰ ਦੀ ਬੰਦੇ ਬੈਠੇ ਨੇ, ਸਰਕਾਰੀ ਬੰਦੇ ਆ ਪੇਪਰ ਦੇਖਣ ਵਾਲੇ, ਉਹ ਤਾਂ ਪ੍ਰੋਫੈਸਰ ਹੁੰਦੇ ਆ। ਨਹੀਂ ਜਾਂਦਾ ਤਾਂ ਇੱਕ ਲਹਿਰ ਤਾਂ ਇਹੀ ਹੁੰਦਾ ਜੀ, ਜਦੋਂ ਸਿਸਟਮ ਬਣਿਆ ਹੋਇਆ। ਅੱਜ ਵੀ ਲੋਕ ਇਹ ਗੱਲ ਕਹਿੰਦੇ ਨੇ, ਪੰਜਾਬ 'ਚ ਕਾਂਗਰਸ ਨੇ ਮੈਂਬਰ ਅਪਾਇੰਟ ਕੀਤੇ ਹੋਏ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ, ਕਾਂਗਰਸ ਨੇ ਅਪਾਇੰਟ ਕੀਤੇ ਹੋਏ ਆ।
ਇਦਾਂ ਦੇ ਤਰਕ ਨਾ ਦਿਓ, ਕਿਉਂਕਿ ਜਿਹੜੀ ਜੈਨੂਅਨ ਗੱਲ ਆ ਉਹਨੂੰ ਮੰਨ ਲੈਣਾ ਚਾਹੀਦਾ। ਤਾਂ ਮੈਂ ਤਾਂ ਉਹਨਾਂ ਨੂੰ ਕਹਿਣ ਨਹੀਂ ਸੀ ਗਿਆ, ਉਹਨਾਂ ਨੇ ਕਿਹਾ ਕਾਨੂੰਨ ਬਹੁਤ ਅੱਛੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਵਿਰੋਧ ਕਿਉਂ? ਉਹ ਕਹਿੰਦੇ ਟਰਸਟ ਡੈਫਿਸਿਟ ਆ, ਠੀਕ ਹੈ, ਵਿਸ਼ਵਾਸ ਨਹੀਂ ਲੋਕਾਂ ਦਾ ਬਣ ਸਕਿਆ ਇਹਨਾਂ 'ਚ, ਉਹਨਾਂ ਨੇ ਆ ਕਿਹਾ, ਠੀਕ ਹੈ। ਤੇ ਵਿਸ਼ਵਾਸ ਦਾ ਮਤਲਬ ਕੀ ਸੀ? ਜੋ ਪ੍ਰਧਾਨ ਮੰਤਰੀ ਜੀ ਨੇ ਕਿਹਾ, ਅਸੀਂ ਸਮਝਾ ਨਹੀਂ ਸਕੇ ਉਹਨਾਂ ਨੂੰ। ਪਰ ਇਹ 4-5 ਲੱਖ ਲੋਕਾਂ ਦਾ ਹੀ ਅੰਦੋਲਨ ਸੀ, ਔਰ ਇਹ ਜਥੇਬੰਦੀਆਂ ਦਾ ਅੰਦੋਲਨ ਸੀ। ਜਥੇਬੰਦੀਆਂ ਸਿਆਸਤ ਤੋਂ ਪ੍ਰੇਰਿਤ ਸੀ। ਫਿਰ ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਸ਼ਾਂਤਮਈ ਹੈ? ਉਹਨਾਂ ਨੇ ਕਿਹਾ ਨਹੀਂ, ਇਹ ਹਿੰਸਕ ਆ। ਮੈਂ ਨਹੀਂ ਕਿਹਾ, ਉਹਨਾਂ ਨੇ ਕਿਹਾ। ਔਰ ਹਿੰਸਕ ਦਾ ਤੁਹਾਨੂੰ ਵੀ ਪਤਾ ਨਹੀਂ, ਉਹਦੇ 'ਚ ਜੇ ਕਹੀਏ, ਚਲੋ ਮੀਡੀਆ ਦੀ ਤੁਸੀਂ ਗੱਲ ਕਰੀਏ, ਤੁਹਾਨੂੰ ਨਹੀਂ ਲੱਗਿਆ ਹੈਗਾ ਕਿ ਇਹਦੇ 'ਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਕਿ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਕਹਿ ਕੇ ਲਗਾਤਾਰ ਵਿਰੋਧ ਹੁੰਦਾ ਰਿਹਾ ਜੀ ਇਸ ਚੀਜ਼ ਦਾ? ਉਹ ਤਾਂ ਕਾਮਰੇਡ ਕਿ ਪੰਜਾਬ ਦੇ ਮੀਡੀਆ ਨੂੰ ਉਹਨਾਂ ਨੇ ਸਮਝਿਆ ਵੀ ਸੋਸ਼ਲ ਮੀਡੀਆ ਜਿਹੜਾ ਕਿ ਨਕਸਲਾਈਟ, ਕਾਮਰੇਡ, ਮਾਓਵਾਦੀ, ਉਹ ਇਹ ਕਰਦੇ ਹੀ ਹੁੰਦੇ ਆ। ਉੱਥੇ ਉਹ ਵੀ ਅਨਸਰ ਵਿੱਚ ਸੀਗੇ, ਅਸਲੀ ਗੱਲ ਆ, ਠੀਕ ਹੈ ਨਾ ਗੱਲ। ਤੇ ਸਾਰੇ ਗਲਤ ਨਹੀਂ ਸੀ ਉਹਦੇ 'ਚ। ਇੱਕ ਤੁਹਾਨੂੰ ਹੋਰ ਦੱਸਦਾ, ਹੁਣ ਜਦੋਂ ਇਹ ਅੰਦੋਲਨ ਕੀ ਬਣਾਇਆ ਜਾ ਰਿਹਾ ਸੀ? ਇਹ ਅੰਦੋਲਨ ਬਣਾਇਆ ਜਾ ਰਿਹਾ ਸੀ ਕਿ ਇਹ ਸਿੱਖ ਵਰਸਸ ਸਰਕਾਰ, ਹਿੰਦੂ ਸਿੱਖ ਦਾ ਝਗੜਾ, ਇੱਥੋਂ ਹਿੰਦੂਆਂ ਦਾ ਪਲਾਇਨ ਕਰਾਉਣਾ, ਬਹੁਤ ਬੜੀ ਯੋਜਨਾ ਸੀ ਇਹਦੇ ਅੰਦਰ। ਜਿੱਥੋਂ ਪੰਜਾਬ ਚੋਂ ਕਹਿੰਦੇ ਹੋ ਕਿ ਵਿਦੇਸ਼ ਚੋਂ? ਪੰਜਾਬ ਚੋਂ, ਵਿਦੇਸ਼ ਚੋਂ ਨਹੀਂ। ਵਿਦੇਸ਼ਾਂ 'ਚ ਤਾਂ ਨਹੀਂ, ਦੇਸ਼ ਚੋਂ ਕਹਿ ਰਹੇ, ਮੈਂ ਕਿਹਾ ਪੰਜਾਬ ਚੋਂ ਕਹਿ ਰਹੇ ਹੋ ਤੁਸੀਂ ਪੰਜਾਬ ਚੋਂ ਹਿੰਦੂਆਂ ਦਾ ਪਲਾਨ ਕਰਾਉਣਾ? ਪੰਜਾਬ 'ਚ। ਤੇ ਇਹ ਯੋਜਨਾ ਸੀ ਇਹਨਾਂ ਦੀ। ਤੇ ਇਹ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਅੰਦੋਲਨ ਵਾਪਸ ਲਿਆ, ਇਹ ਵਾਪਸ ਨਹੀਂ ਲਿਆ, ਜਿਹੜੇ ਕਾਨੂੰਨ ਵਾਪਸ ਲਏ, ਉਹ ਇੱਕ ਤਾਂ ਉਹਨਾਂ ਨੇ ਇਸ ਕਰਕੇ ਲਏ ਕਿ ਜਿਹੜੇ ਕਿਸਾਨਾਂ ਨੂੰ ਅਸੀਂ ਕਨਵਿੰਸ ਨਹੀਂ ਕਰ ਪਾ ਰਹੇ ਸਾਡੇ ਕਾਨੂੰਨ ਅੱਛੇ ਆ, ਸਾਡੇ ਪ੍ਰਧਾਨ ਮੰਤਰੀ ਕਿਸਾਨ ਹਿੱਤੂ ਆ, ਸਾਡੀ ਸਰਕਾਰ ਕਿਸਾਨ ਹਿੱਤੂ ਆ, ਤਾਂ ਉਹਨਾਂ ਨੇ ਆਪਣੀ ਜਨਤਾ ਦੀ ਜਿਹੜੀ, ਜਿਹਨਾਂ ਨੂੰ ਅਸੀਂ ਸਮਝਾ ਨਹੀਂ ਪਾਏ ਸਾਡੀ ਕਮੀ ਹੈ, ਉਹਦੇ ਲਈ ਮਾਫੀ ਵੀ ਮੰਗ ਲਈ। ਤੇ ਨਾਲ ਇਹ ਵੀ ਕਿਹਾ ਕਿ ਬਈ ਕਾਨੂੰਨ ਅੱਛੇ ਸੀ ਤੇ ਦੁਬਾਰਾ ਠੀਕ ਸਮਝਣਗੇ, ਦੁਬਾਰਾ ਬਣਵਾ ਲੈਣਗੇ। ਕਾਨੂੰਨ ਤਾਂ ਬਣਦੇ ਬਦਲਦੇ ਰਹਿੰਦੇ ਆ, ਪਰ ਇਹਦੇ 'ਚ ਜੋ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵਿਵਹਾਰ ਸੀ ਉਹ ਬੜਾ ਗਲਤ ਸੀ, ਅੱਜ ਵੀ ਗਲਤ ਆ, ਹੰਕਾਰ ਵਾਲਾ ਉਹਨਾਂ ਦਾ। ਤੇ ਪ੍ਰਧਾਨ ਮੰਤਰੀ ਜੀ ਸ਼੍ਰੀ ਗੁਰੂ ਨਾਨਕ ਦੇਵ ਤੋਂ ਪ੍ਰੇਰਣਾ ਲੈਂਦੇ ਆ। ਨਾਨਕ ਨੇ ਕਿਹਾ, ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ ਸੱਚ ਦੇ ਰਸਤੇ 'ਤੇ ਚੱਲਦੀ ਹੈ, ਮੈਂ ਸੱਚੇ ਮਨ ਨਾਲ ਕਾਨੂੰਨ ਬਣਾਏ ਆ। ਇਨਸਾਨ ਕੋਲੋਂ ਗਲਤੀ ਵੀ ਹੋ ਜਾਂਦੀ ਹੈ, ਪਰ ਕਾਨੂੰਨ ਗਲਤ ਨਹੀਂ ਹੈ। ਤੇ ਉਹ ਕਾਨੂੰਨ ਵਾਪਸ ਲੈ ਲਏ। ਉਸ ਦੇ ਬਾਵਜੂਦ ਵੀ ਮੈਂ ਉਸ ਵੇਲੇ ਕਹਿੰਦਾ ਹੁੰਦਾ ਸੀ, ਪਹਿਲਾਂ ਮੈਂ ਇੱਕ ਗੱਲ ਦੱਸਦੇ ਹਾਂ। ਤੇ ਦੂਜੀ ਗੱਲ ਨਾਨਕ ਨੇ ਕਹੀ ਹੈ, ਨਾਨਕ ਨੀਵਾਂ ਜੋ ਚੱਲੇ ਲਾਗੇ ਨਾ ਤਾਤੀ ਬਹੁਤ। ਤੇ ਉਹਨਾਂ ਨੇ ਨਿਮਰਤਾ ਦਿਖਾਈ ਕਿ ਵੀ ਸਮਾਜ 'ਚ ਕੜਵਾਹਟ ਨਹੀਂ ਵਧਣੀ ਚਾਹੀਦੀ, ਉਹਨਾਂ ਨੇ ਮਾਫੀ ਮੰਗ ਲਈ, ਠੀਕ ਹੈ। ਇਹ ਉਸ ਮਾਫੀ ਨੂੰ ਆਪਣੀ ਜਿੱਤ ਤੇ ਹਾਰ ਬਣਾ ਰਹੇ ਆ। ਕੋਈ ਯੁੱਧ ਚੱਲ ਰਿਹਾ ਸੀ? ਨਹੀਂ, ਉਹ ਲੋਕ ਤਾਂ ਇਹ ਗੱਲ ਕਹਿੰਦੇ ਰਹੇ ਨੇ ਕਿ ਜੋ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਲਓ, ਕਈ ਸੀਰੀਅਸ ਤੌਰ ਤੇ ਵੀ ਜਿਹੜੇ ਜੇ ਕਈ ਆਰਟੀਕਲ ਚੱਲ ਰਹੇ ਨੇ ਜਾਂ ਫਿਰ ਕਈ ਟੀਚਰਾਂ ਵੀ, ਉਹ ਕਹਿੰਦੇ ਵੀ ਸਰਕਾਰਾਂ ਨੂੰ ਪਹਿਲੀ ਵਾਰੀ ਕਿਸਾਨਾਂ ਨੇ ਖਿੱਚਿਆ ਹੈਗਾ, ਉਹਨਾਂ ਦੇ ਸੱਤਾ ਜਿਹੜੀ ਹਲਾਈ ਹੈ। ਜੇ ਇਹ ਅੰਦੋਲਨ ਹੋਇਆ, ਜੇ ਇੱਕ ਲੋਕਾਂ ਦੇ ਵਿੱਚ ਵਾਧੂ ਤੌਰ ਤੇ ਉਹਨਾਂ ਦੇ ਨਾਲ ਜੁੜੇ, ਭਾਵਕ ਤੌਰ ਤੇ ਜੁੜੇ, ਤਾਈਓ ਅੱਜ ਇਹ ਪੋਸੀਬਲ ਹੋ ਚੁੱਕਿਆ ਕਿ ਸਰਕਾਰ ਨੂੰ ਉਹਦਾ ਫੈਸਲਾ ਪਲਟਣਾ ਪਿਆ। ਨਹੀਂ, ਆਮ ਤੌਰ ਤੇ ਸਰਕਾਰਾਂ ਦੇ ਫੈਸਲੇ ਬਹੁਤ ਘੱਟ ਪਲਟਦੇ ਦੇਖੇ ਲੋਕਾਂ ਨੂੰ। ਗੱਲ ਇਹ ਆ, ਇਹਦੇ 'ਚ ਕੀ ਕੀਤਾ ਜਾ ਰਿਹਾ ਸੀ ਅੰਦੋਲਨ 'ਚ? ਕਾਂਗਰਸ ਦੇ ਮੱਥੇ ਤੇ ਦਾਗ ਲੱਗਿਆ ਹੋਇਆ ਸੀ ਸਿੱਖਾਂ ਦੀ ਨਸਲਕੁਸ਼ੀ ਦਾ ਤੇ ਕਤਲੇਆਮ ਦਾ। ਤੇ ਕਾਂਗਰਸ ਉਹ ਧੱਬਾ ਆਪਦੇ ਮੱਥੇ ਤੋਂ ਉਤਾਰ ਕੇ ਉਹ ਬੀਜੇਪੀ ਦੇ ਮੱਥੇ ਤੇ ਲਾਉਣਾ ਚਾਹੁੰਦੀ ਸੀ। ਪਰ ਨਰਿੰਦਰ ਮੋਦੀ ਜੀ ਨੇ ਇਹ ਵਾਪਸ ਲੈ ਕੇ, ਇੱਕ ਤਾਂ ਡੈਮੋਕ੍ਰੇਸੀ ਇਹਦੀ ਸਟਰੈਂਥਨ ਹੋਈ ਹੈ, ਲੋਕਤੰਤਰ ਮਜ਼ਬੂਤ ਹੋਇਆ ਇਹਦੇ 'ਚ। ਔਰ ਇਹ ਜਿੱਤ ਨਾ ਕਿਸਾਨਾਂ ਦੀ ਹੈ, ਨਾ ਸਰਕਾਰ ਦੀ ਹੈ, ਨਾ ਕਿਸੇ ਹੋਰ ਦੀ ਹੈ। ਇਹ ਜਿੱਤ ਲੋਕਤੰਤਰ ਦੀ ਹੈ। ਲੋਕਤੰਤਰ 'ਚ ਹਰ ਕਿਸੇ ਨੂੰ ਵਿਰੋਧ ਕਰਨ ਦਾ ਹੱਕ ਆ, ਸ਼ਾਂਤਮਈ ਤਰੀਕੇ ਨਾਲ। ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ। ਪਰ ਇਹ ਕੀ ਸੀ ਕਿ ਸਾਡੀ ਜ਼ੁਬਾਨ ਬੰਦ ਕਰਦੇ ਸੀ ਜਿਹੜੇ ਮਾਓਵਾਦੀ ਸੀ ਵਿੱਚ। ਹੁਣ ਤਾਂ ਰਾਜੇਵਾਲ ਵੀ ਉਹੀ ਜਿਹੀਆਂ ਗੱਲਾਂ ਕਰਨ ਲੱਗ ਗਏ। ਤੇ ਰਾਜੇਵਾਲ ਦੀ ਤਾਂ ਮੈਂ ਖੁਦ ਸਟੇਟਮੈਂਟ ਸੁਣੀ ਹੈਗੀ ਉਰੇ ਚੰਡੀਗੜ੍ਹ 'ਚ ਹੀ। ਉਹਨਾਂ ਨੇ ਇੱਕ ਲੈਕਚਰ ਦੇ ਵਿੱਚ ਕਿਹਾ ਸੀ, ਕਹਿੰਦੇ ਅੱਗੇ ਮੈਨੂੰ ਲੱਗਦਾ ਹੁੰਦਾ ਸੀ ਵੀ ਕਾਮਰੇਡ ਗਲਤ ਨੇ, ਕਹਿੰਦੇ ਪਰ ਉਹਨੂੰ ਲੱਗਿਆ ਵੀ ਕਾਮਰੇਡ ਤਾਂ ਬੰਦੇ ਬਹੁਤ ਵਧੀਆ ਨੇ। ਉਹਨਾਂ ਨੂੰ ਸਹਿਯੋਗ ਬਹੁਤ ਮਿਲਿਆ ਉਹਦਾ, ਤੇ ਹਰ ਤਰ੍ਹਾਂ ਦਾ ਸਹਿਯੋਗ ਬਾਹਰੋਂ ਵੀ ਆ ਰਿਹਾ ਸੀ ਉਹਨਾਂ ਨੂੰ, ਕਾਮਰੇਡਾਂ ਨੂੰ। ਤੇ ਉਹ ਰਾਜੇਵਾਲ ਜੀ ਨੂੰ ਤਾਂ ਵਧੀਆ ਲੱਗਣ ਲੱਗੇ। ਪਰ ਇਹ ਜਿਹੜੀ ਗੱਲ ਤੁਸੀਂ ਗਰੇਵਾਲ ਸਾਹਿਬ ਜੇ ਕਹੀਏ ਬਾਹਰੋਂ ਵਾਲੇ ਸਹਿਯੋਗ ਦੀ ਥੋੜੀ ਪੈਸੇ ਨਾਲ ਹੋਣੀ ਹੈ, ਤੁਸੀਂ ਕਿਉਂਕਿ ਕਈ ਵਾਰੀ ਕਹਿ ਚੁੱਕੇ ਹੋ ਇੰਟਰਵਿਊਆਂ 'ਚ ਵੀ ਪੈਸਾ ਆਉਂਦਾ ਹੈ, ਪਰ ਪੈਸਾ ਲੱਗਦਾ ਫਿਰ ਸੈਂਟਰ ਰੇਟ ਟ੍ਰੇਸ ਨਹੀਂ ਕਰ ਪਾਇਆ ਸੀ। ਸੁਣ ਲਓ ਗੱਲ, ਸੁਣ ਲਓ, ਪੈਸਾ ਆਉਂਦਾ ਜਾਂ ਨਹੀਂ ਆਉਂਦਾ ਤਾਂ ਸੈਕੰਡਰੀ ਚੀਜ਼ ਹੈ। ਪਰ ਇਹ ਇਸ ਅੰਦੋਲਨ ਨੂੰ ਸਮਾਪਤ ਨਹੀਂ ਕਰਨਾ ਚਾਹੁੰਦੇ ਆ। 3 ਕਾਨੂੰਨ ਵਾਪਸ ਲੈ ਲੈਣਾ। ਹੁਣ ਪਰਸੋਂ ਬੁੱਧਵਾਰ ਨੂੰ ਕੈਬਨਿਟ ਨੇ ਵੀ ਕਰ ਦੇਣੀ ਅਪਰੂਵਲ,
ਅਜੇ ਵੀ ਕਰੀ ਜਾਂਦੇ ਆ, ਕਿਉਂਕਿ ਇਹ ਜ਼ਿਆਦਾ ਦਿਨ ਬੈਠਣਾ ਚਾਹੁੰਦੇ ਆ ਕਿ ਜਿੰਨਾ ਲੰਬਾ ਬੈਠ ਲਈਏ। ਇਹ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨ ਦੇ ਲਈ ਅੰਦੋਲਨ ਚਲਾਇਆ ਹੋਇਆ ਸੀ। ਇਹਦੇ 'ਚ ਕਾਂਗਰਸ ਦਾ ਸਹਿਯੋਗ ਸੀ ਤੇ ਕਾਂਗਰਸ ਇਹੀ ਚਾਹੁੰਦੀ ਸੀ ਤੇ ਇਹ ਸਰਕਾਰ ਦੀ ਦਿੱਖ ਖਰਾਬ ਕਰਨਾ, ਪ੍ਰਧਾਨ ਮੰਤਰੀ ਦੀ ਦਿੱਖ ਖਰਾਬ ਕਰਨਾ ਉਹਦੇ ਲਈ ਸੀ। ਇਹ ਕਿਸਾਨਾਂ ਲਈ ਤਰਕਸੰਗਤ ਗੱਲਾਂ ਮਨਵਾਉਣ ਲਈ ਨਹੀਂ ਸੀ। ਜੇ ਉਹ ਹੁੰਦਾ ਤਾਂ ਜਿੱਦਾਂ ਹੀ ਕਾਨੂੰਨ ਪ੍ਰਧਾਨ ਮੰਤਰੀ ਨੇ ਕਹਿਤਾ ਤਾਂ ਉਹਦੇ ਨਾਲ ਤਾਂ ਵਾਪਸ ਹੋ ਗਏ ਸਮਝ ਲਓ। ਤੇ ਉਹ ਹੁਣ ਕੈਬਨਿਟ ਨੇ ਕਰ ਦੇਣਾ, ਉਸ ਤੋਂ ਬਾਅਦ ਹੋ ਗਏ, ਪਾਰਲੀਮੈਂਟ ਨੇ ਕਰ ਦੇਣਾ, ਉਸ ਤੋਂ ਬਾਅਦ ਹੋ ਗਏ। ਨਵੀਆਂ ਗੱਲਾਂ ਹੋਰ ਲੈ ਕੇ ਆਉਣਗੇ। ਮੈਂ ਅੱਜ ਤੁਹਾਨੂੰ ਦੱਸਦਾ, ਇਹ ਬੈਠਣਾ ਚਾਹੁੰਦੇ ਆ ਜ਼ਿਆਦਾ ਦੇਰ। ਇਹਨਾਂ ਨੂੰ ਤਾਂ ਸਾਰੇ ਹੀ ਕੀ, ਕਿਉਂਕਿ ਜਿਵੇਂ ਕੱਲ ਮੀਟਿੰਗ ਹੋਈ ਹੈ ਜਿਹੜੀ ਤੁਸੀਂ ਕਹੀ ਆ ਉਹਨੂੰ ਵੀ ਅੱਗੇ ਤੋਰੂੰਗਾ ਕਿ ਸਾਰੇ ਲੀਡਰ ਫਿਰ ਤੁਸੀਂ ਸਮਝਦੇ ਹੋ ਵੀ ਸਾਰੇ ਲੀਡਰ ਇੱਕੋ ਹੀ ਸੋਚ ਤੇ ਚੱਲ ਰਹੇ ਨੇ? ਨਹੀਂ, ਬਾਕੀ ਡਰਦੇ ਆ ਵਿੱਚੋਂ, ਕਿਉਂਕਿ ਉਹ 5-5 4-4 ਕਿਲੋਮੀਟਰ ਦੀਆਂ ਜਥੇਬੰਦੀਆਂ ਨੇ ਉਹਨਾਂ ਦੀਆਂ। ਅਸਲ ਗੱਲ ਆ। ਪਰ ਮੁੱਢ ਕਿਹੜਾ ਦੇਖਦੇ ਹੋ ਤੁਸੀਂ? ਮੁੱਢ ਕਿਹਨਾਂ ਨੂੰ ਦੇਖਦੇ ਹੋ? ਇਹਦੇ 'ਚ ਉਗਰਾਹਾਂ ਦੀ ਜਥੇਬੰਦੀ ਬੜੀ ਹੈ, ਠੀਕ ਹੈ। ਤੇ ਟਿਕਾਇਤ ਦਾ ਤਾਂ ਪਹਿਲਾਂ ਤੋਂ ਹੀ ਪਤਾ ਕੀ ਕਰੈਕਟਰ ਆ, ਬਾਕੀਆਂ ਦਾ ਵੀ ਪਤਾ ਸਾਰਿਆਂ ਦਾ। ਦਿੱਲੀ ਪੁਲਿਸ 'ਚੋਂ ਗਏ ਆ ਉਹ, ਤੇ ਕਾਂਸਟੇਬਲ ਹੁੰਦੇ ਸੀ, ਤੇ ਅੱਗੇ ਉੱਦਾਂ ਦਾ ਹੀ ਮਾਨਸਿਕਤਾ ਬਣ ਜਾਂਦੀ ਹੈ। ਚਲੋ ਮੈਂ ਇਹਦੇ ਤੇ ਬਹੁਤਾ ਕਿਸੇ ਤੇ ਨਹੀਂ ਕਹਿਣਾ ਹੈਗਾ, ਪਰ ਮੈਂ ਇੱਕ ਚੀਜ਼ ਇਹਨਾਂ ਨੂੰ ਪ੍ਰਾਰਥਨਾ ਕਰਦਾ ਕਿ ਹੁਣ ਪਤਾ ਕੀ ਹੋਣਾ, ਕਿਸਾਨਾਂ ਨੇ ਸਮਝ ਜਾਣਾ ਕਿ ਵੀ ਸਰਕਾਰ ਤਾਂ ਸਾਡੀਆਂ ਸਾਰੀਆਂ ਗੱਲਾਂ ਮੰਨੀ ਜਾਂਦੀ ਆ। MSP ਦੇ ਵੀ ਕਮੇਟੀ ਬਣਾਉਣ ਨੂੰ ਕਹਿਤਾ, ਇਹਨਾਂ ਦੇ ਹੱਥ 'ਚ ਕਲਮ ਦੇਤੀ ਕਿ ਭਾਈ 5 ਮੈਂਬਰ ਦੀ ਤੁਹਾਡੀ ਕਮੇਟੀ ਹੋ ਜੂ, 5 ਮੈਂਬਰ ਜਿਹੜੇ ਐਗਰੀਕਲਚਰਲ ਸਾਇੰਟਿਸਟ ਲੈ ਲਓ, ਤੇ ਜਿਹੜੇ ਐਕਸਪਰਟਿਜ਼ ਆ ਜਿਨ੍ਹਾਂ ਕੋਲੇ 5 ਮੈਂਬਰ ਜਿਹੜੇ ਸਰਕਾਰੀ ਅਧਿਕਾਰੀ ਲੈ ਲਓ, ਤਾਂ ਕਿ ਕਾਨੂੰਨਾਂ ਦੀਆਂ ਮਦਾਂ ਲਿਖਣੀਆਂ ਨੇ ਉਹ ਉਸ ਨੂੰ ਦੇਖਣਾ ਕਿ ਵੀ ਠੀਕ ਲਿਖੀਆਂ ਜਾਣ। ਕਾਨੂੰਨ ਬਣਾਉਣਾ ਕੋਈ ਇਦਾਂ ਥੋੜਾ ਆਸਾਨ ਕੰਮ ਹੁੰਦਾ, ਤੇ ਜਾਂ ਰॉ ਹੈਂਡ ਬੰਦਾ ਉੱਠ ਕੇ ਕਾਨੂੰਨ ਬਣਾ ਲੂਗਾ। ਤੇ ਉਹਦੇ 'ਚ ਜਿਹੋ ਜਿਹਾ ਕਾਨੂੰਨ ਤੁਸੀਂ ਬਣਾਉਣਾ ਬਣਾ ਲਓ, ਠੀਕ ਹੈ। MSP ਤੇ ਇਹ ਵੀ ਕਹਿਤਾ। ਉਸ ਦੇ ਬਾਵਜੂਦ ਵੀ ਇਹਨਾਂ ਦੀ ਤਸੱਲੀ ਨਹੀਂ ਹੋ ਰਹੀ ਕਿ ਕੋਈ 2024 ਤੱਕ ਬੈਠਣਾ। ਔਰ ਇਹ ਕਹਿੰਦੇ ਸਾਨੂੰ ਬੁਲਾ ਕੇ ਨਾ ਕੀਤਾ। ਤੁਹਾਨੂੰ ਬੁਲਾਇਆ ਭਾਈ, 11-12 ਵਾਰ ਬੁਲਾਇਆ, ਤੁਸੀਂ ਤਾਂ ਮੰਨਦੇ ਹੀ ਨਹੀਂ ਕਿਸੇ ਗੱਲ ਤੇ। ਨਹੀਂ, ਇਹ ਗੱਲ ਜਿਹੜੀ ਤੁਸੀਂ ਕਰੀ ਹੈ ਮੈਂ ਪੁੱਛਣੀ ਸੀ ਕਿ ਆਖਰਕਾਰ ਕਹਿੰਦੇ ਇਹ ਜਾਣਬੁੱਝ ਕੇ, ਕਹਿੰਦੇ ਪ੍ਰਧਾਨ ਮੰਤਰੀ ਨੇ ਜਦ ਕਿ ਮੀਟਿੰਗ ਲੈ ਕੇ ਵੀ ਉਹਦੇ 'ਚ ਵੀ ਕਹਿ ਸਕਦੇ ਸੀ, ਕਹਿੰਦੇ ਜਾਣਬੁੱਝ ਕੇ ਕਿਸਾਨ ਲੀਡਰਾਂ ਨੂੰ ਥੱਲੇ ਲਾਇਆ ਵੀ ਕਿਸਾਨ ਲੀਡਰਾਂ ਦੇ ਨਾਲ ਅਸੀਂ ਨਹੀਂ ਗੱਲ ਕਰਨੀ, ਕਿਸਾਨ ਅਸੀਂ ਆਪਦੇ ਤੌਰ ਤੇ ਹਜੇ ਵੀ ਆਪਦਾ ਨਾਲ ਲਗਾਤਾਰ ਗੱਲ ਚੱਲਦੀ ਰਹੀ ਹੈ। ਝੂਠ ਬੋਲਦੇ ਆ, ਸਰਕਾਰੀ ਅਧਿਕਾਰੀ ਕਰਦੇ ਰਹੇ, ਸਭ ਕਰਦੇ ਰਹੇ, ਮੰਨ ਕੇ ਮੁੱਕਰ ਜਾਂਦੇ ਸੀ, ਮੰਨ ਕੇ ਮੁੱਕਰ ਜਾਂਦੇ ਸੀ। ਇਹ 2024 ਤੱਕ ਲਿਜਾਣਾ ਚਾਹੁੰਦੇ ਸੀ, ਸਰਕਾਰ ਦਾ ਚਿਹਰਾ ਖਰਾਬ ਕਰਨਾ ਚਾਹੁੰਦੇ ਸੀ। ਔਰ ਉੱਥੇ ਕੀ ਹੋਇਆ? ਦਿੱਲੀ 'ਚ ਦਿੱਲੀ ਪੁਲਿਸ ਨੂੰ ਸਲੂਟ ਕਰਨਾ ਚਾਹੀਦਾ, ਅਮਿਤ ਸ਼ਾਹ ਤੇ ਮੋਦੀ ਜੀ ਨੂੰ ਸਲੂਟ ਕਰਨਾ ਚਾਹੀਦਾ। ਇਹ ਉਦਣ ਸਿੱਖਾਂ ਦੀ ਕਾਤਲ ਬਣਾਉਣਾ ਚਾਹੁੰਦੇ ਸੀ ਸਰਕਾਰ ਨੂੰ, ਤੇ ਉਹਨਾਂ ਨੇ 30-30 ਫੁੱਟ ਤੋਂ ਛਾਲਾਂ ਮਾਰੀਆਂ। ਤੁਸੀਂ ਵੀ ਕਵਰੇਜ ਕੀਤੀ ਹੈ। ਔਰ ਜ਼ਖਮੀ ਹੋ ਗਏ। ਲਾਠੀ ਉਹਨਾਂ ਕੋਲ ਸੀ, ਗੋਲੀ ਉਹਨਾਂ ਕੋਲ ਸੀ, ਡੰਡਾ ਉਹਨਾਂ ਕੋਲ ਸੀ, ਸਭ ਚਲਾ ਸਕਦੇ ਸੀ, ਨਹੀਂ ਚਲਾਇਆ। ਉਹਨਾਂ ਨੇ ਡਿਸਪਲਿਨ ਦਾ ਪਾਲਣ ਕੀਤਾ ਔਰ ਖੁਦ ਜ਼ਖਮੀ ਹੋ ਗਏ। ਇਹ ਤਾਂ ਉਹ ਚਾਹੁੰਦੇ ਸੀ, ਔਰ ਕਾਂਗਰਸ ਉਹ ਕਰਵਾਉਣਾ ਚਾਹੁੰਦੀ ਸੀ। ਪਰ ਜੇ ਰਾਜੇਵਾਲ ਹੋਰਾਂ ਦੀ ਸਪੀਚ ਤੁਸੀਂ ਸੁਣੋ ਜਾਂ ਲੱਖੋਵਾਲ ਦੀ ਸੁਣੀਏ, ਦਰਸ਼ਨਪਾਲ ਦੀ ਸੁਣੀਏ, ਇਹ ਤਮਾਮ ਤੌਰ ਤੇ ਕਹਿੰਦੇ ਵੀ ਸਾਡਾ ਮਕਸਦ ਇਹ ਨਹੀਂ ਸੀਗਾ, ਇਹ ਵਿੱਚੋਂ ਕਿਤੇ ਨਾ ਕਿਤੇ ਸਰਕਾਰ ਦੀ ਏਜੰਸੀਆਂ ਨੇ ਤਾਰਪੀਡ ਹੋ ਰਿਹਾ ਉਹਦੇ ਨਾਲ। ਹਾਂ, ਸਰਕਾਰ ਦੀ ਏਜੰਸੀਆਂ ਨੇ ਕਰੇ। ਜਿਸ ਤਰ੍ਹਾਂ ਹੁਣ ਅੱਜ ਕਾਂਗਰਸ ਵਾਲਾ ਇੱਕ ਪਤਾ ਹੀ ਕਹਿ ਰਿਹਾ ਸੀ, ਮੈਂ ਕਿਹਾ ਵੀ ਉਹ ਕਹਿੰਦਾ 84 ਦੇ ਜਿਹੜੇ ਨਸਲਕੁਸ਼ੀ ਹੋਈ ਹੈ ਸਿੱਖਾਂ ਦੀ, ਉਹ BJP ਨੇ ਕਰਾਈ ਹੈ। ਮੈਂ ਕਿਹਾ ਸੱਜਣ ਕੁਮਾਰ ਸਾਡਾ ਮੈਂਬਰ ਪਾਰਲੀਮੈਂਟ ਸੀ, ਤੇ ਜਗਦੀਸ਼ ਟਾਈਟਰ ਵੀ ਸਾਡਾ ਹੀ ਸੀ, ਮਿਨਿਸਟਰ ਸੀ, ਔਰ ਇਹ ਕਮਲਨਾਥ ਵੀ ਸਾਡਾ ਹੀ ਸੀ। ਤਾਂ ਲੋਕ ਝੂਠ ਬੋਲਦੇ ਦੇਖਦੇ ਨਹੀਂ, ਇਹ ਝੂਠ ਬੋਲਦੇ ਆ। ਦਰਸ਼ਨਪਾਲ ਤਾਂ ਜਿਹੜਾ ਫਾਊਂਡਰ ਮੈਂਬਰ ਹੈ ਨਕਸਲਾਈਟਸ ਦਾ, ਠੀਕ ਹੈ, ਇੱਥੇ ਉਹ ਤਾਂ ਬਹੁਤ ਬੜਾ ਉਹਦੇ 'ਚ ਹੀ ਹੈ। ਤੇ ਇਹਨਾਂ ਇੱਕ ਵਿਚਾਰਧਾਰਕ ਲੋਕ ਨੇ ਇਹ ਆਪਣੀ। ਹੁਣ ਰਾਜੇਵਾਲ ਵੀ ਇਹਨਾਂ ਨਾਲ ਹੀ ਮਿਲ ਗਿਆ। ਰਾਜੇਵਾਲ ਝੂਠ ਬਹੁਤ ਬੋਲਦਾ, ਮੈਂ ਇਹ ਕਹੂੰਗਾ, ਮੈਂ ਉਹਦੀ ਬੜੀ ਇੱਜ਼ਤ ਕਰਦਾ ਸੀ, ਪਰ ਉਹ ਝੂਠ ਬੋਲਦਾ ਹੈ। ਪਰ ਸੂਝਵਾਨ ਲੀਡਰ ਤਾਂ ਸਾਰੇ ਉਹਨਾਂ ਨੂੰ ਹੀ ਸਮਝਦੇ ਨੇ। ਤਾਂ ਹੀ ਮੁੱਖ ਤੌਰ ਤੇ ਜਦੋਂ ਉਦੋਂ ਦੇਖਿਆ ਹੋਣਾ ਵੀ ਕਿਤੇ ਐਡਰੈਸ ਵੀ ਕਰਨਾ, ਕੋਈ ਸਰਕਾਰ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਮੁੱਢਾ ਰਾਜੇਵਾਲ ਦੇ ਕੋਲੋਂ ਚੱਲਦਾ ਹੈ। ਮੀਟਿੰਗਾਂ ਦਾ ਦੌਰ ਵੀ ਉਰੇ ਵੀ ਹੁੰਦਾ ਸੀ ਤਾਂ ਉਹ ਰੂਪਰੇਖਾ ਬਣਾਉਂਦੇ ਸੀ। ਚੱਲਦਾ ਰਿਹਾ ਜੀ, ਉਹ ਗੱਲ ਕਰਕੇ ਮੁੱਕਰ ਜਾਂਦਾ। ਇਹ ਹੋਇਆ ਸਰਕਾਰ ਨਾਲ ਵੀ ਕਦੇ? ਬਹੁਤ ਵਾਰ ਹੋਇਆ। ਮੈਂ ਹੁਣ ਉਹਨਾਂ ਗੱਲਾਂ ਜਾਣ ਦਾ ਫਾਇਦਾ ਨਹੀਂ, ਗੱਲ ਖਤਮ ਹੋ ਰਹੀ ਨਹੀਂ ਕਰਨਗੇ ਲੋਕਾਂ ਨੇ, ਇਹਨਾਂ ਤੋਂ ਕਰਵਾ ਦੇਣੀ। ਹੁਣ ਤਾਂ ਕਿਸਾਨ ਕਰਵਾਊ ਇਹਨਾਂ ਤੋਂ ਅੰਦੋਲਨ। ਜੇ ਇਹ ਨਹੀਂ ਨਾ ਖਤਮ ਕਰਨਗੇ, ਉਹਨਾਂ ਨੇ ਸਮਝ ਜਾਣਾ ਕਿ ਇਹ ਹੁਣ ਜੋਗਿੰਦਰ ਯਾਦਵ ਉਹਦਾ ਕਿਸਾਨਾਂ ਨਾਲ ਕੀ ਲੈਣਾ ਦੇਣਾ ਜੀ, ਕਵਿਤਾ ਉਹਦਾ ਕਿਸਾਨਾਂ ਨਾਲ ਕੀ ਲੈਣਾ ਦੇਣਾ। ਅਰਬਨ ਨਕਸਲਾਈਟ ਨੇ ਇਹ, ਹਨਨ ਮੁੱਲਾ ਤਾਂ ਕਮਿਊਨਿਸਟ MP ਹੈ, ਇਹਨਾਂ ਦਾ ਕੀ ਲੈਣਾ ਦੇਣਾ। ਇਹ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ। ਕਮਿਊਨਿਸਟ ਜਿਹੜੇ ਆ ਨਾ, ਜਿਹੜੀ ਫੈਕਟਰੀ ਦੇ ਝੰਡਾ ਲਾਉਂਦੇ ਉਹ ਬੰਦ ਕਰਾ ਕੇ ਜਾਂਦੇ ਆ। ਅਸਲ ਗੱਲ ਆ ਹੈਗੀ। ਤੇ ਇਹ ਜਿਵੇਂ ਹੁਣ ਗਰੇਵਾਲ ਸਾਹਿਬ ਅਕਾਲੀ ਦਲ ਨਾਲ ਗੱਠਜੋੜ ਟੁੱਟਿਆ, BJP ਦੇ ਲੀਡਰ ਵੈਸੇ ਕਾਫੀ ਸਮੇਂ ਤੋਂ ਇਹ ਗੱਲ ਕਹਿੰਦੇ ਹੁੰਦੇ ਸੀਗੇ, ਚਾਹੇ ਉਹਨਾਂ ਨੂੰ ਨਿੱਜੀ ਤੌਰ ਤੇ ਲੱਗਦਾ ਸੀ ਵੀ ਅਸੀਂ ਕੰਮ ਕਰਦੇ ਹਾਂ ਤਾਂ ਪਾਰਟੀ ਅਲੱਗ ਹੋ ਕੇ ਚੋਣਾਂ ਲੜੇ। ਜੇ ਇੱਕ ਦੂਜੇ ਦੇ ਬਿਆਨਬਾਜ਼ੀਆਂ ਤੇ ਨਾ ਜਾਈਏ ਤਾਂ ਮੁੱਢਲੇ ਤੌਰ ਤੇ BJP ਅੱਗੇ ਨੂੰ ਕੀ ਸੋਚ ਕੇ ਚੱਲੀ ਹੈ? ਅਕਾਲੀ ਦਲ ਨਾਲ ਦੁਬਾਰਾ ਜੁਆਇੰਟ ਹੋ ਸਕਦਾ? ਨਹੀਂ, ਕਦੇ ਵੀ ਨਹੀਂ ਹੋਣਾ। ਅਕਾਲੀ ਦਲ ਤੋਂ ਸਪੈਸ਼ਲੀ ਜਿਹੜੇ ਸਿੱਖ ਕਾਰਜਕਰਤਾ ਨੇ BJP ਦੇ, ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ। ਕਾਂਗਰਸ ਇੰਨੀ ਤਕਲੀਫ ਨਹੀਂ ਦਿੰਦੀ। ਉਹ ਚਾਹੁੰਦਾ ਹੀ ਨਹੀਂ ਸੀ ਕਿ BJP ਦਾ ਆਧਾਰ ਵਧੇ, BJP ਕਿਤੇ ਜਾਵੇ। ਅੱਜ ਆ ਕਾਨੂੰਨਾਂ ਦੀ ਜਿਹੜੀ ਅਸੀਂ ਸਮਝਾ ਨਹੀਂ ਪਾਏ, ਇਹਦੇ 'ਚ ਕਮੀ ਕੀ ਰਹੀ ਹੈ? ਮਾਲਵਾ ਹੀ ਨਾ ਏਰੀਆ,
ਮਾਲਵੇ ਦੇ 200 ਕਿਲੋਮੀਟਰ 'ਚ ਅਸੀਂ ਚੁਣਾਵ ਕਦੇ ਨਹੀਂ ਲੜਿਆ ਬੀਜੇਪੀ ਨੇ, ਅਕਾਲੀ ਲੜਦੇ ਰਹੇ। ਪਰ ਤੁਹਾਡੀ ਪਾਰਟੀ ਦੇ ਉੱਥੇ ਨੁਮਾਇੰਦੇ ਤਾਂ ਹੈਗੇ ਨੇ, ਅਸੀਂ ਹੈਗੇ ਹੀ ਸੀਗੇ ਵੀ ਚਲੋ ਇਹ ਲਾ ਲਈਏ, ਚਲੋ ਇਹਨਾਂ ਨੇ ਸਾਥ ਨਹੀਂ ਦਿੱਤਾ, ਹੁਣ ਉਹ ਬੰਦੇ ਨਹੀਂ ਅੱਗੇ ਉਹ ਕਿ ਤੁਰੇ ਹੈਗੇ, ਬੂਥ ਲੈਵਲ ਤੱਕ ਦੇ ਤੁਹਾਡੇ ਕਾਰਜਕਰਤਾ ਕੰਮ ਕਰਦੇ ਨੇਗੇ। ਤੁਰੇ ਆ ਜੀ, ਤੁਰੇ ਆ, ਪਰ ਉਹਨਾਂ ਦੀ ਉਹ ਹੈਸੀਅਤ ਨਹੀਂ ਬਣੀ ਸੀ ਨਾ ਰਾਜਨੀਤੀ 'ਚ। ਜਦੋਂ ਤੁਸੀਂ ਇਲੈਕਟਰਲ ਪੋਲਿਟਿਕਸ 'ਚ ਚੁਣਾਵ 'ਚ ਨਹੀਂ ਜਾਂਦੇ ਤਾਂ ਤੁਹਾਡੀ ਹੈਸੀਅਤ ਨਹੀਂ ਬਣਦੀ ਹੈ, ਸਮਝ ਗਏ ਨਾ ਗੱਲ? ਤਾਂ ਇਸ ਕਰਕੇ ਉਹ ਨਹੀਂ ਬਣੀ ਸੀ ਗੱਲ। ਪਰ ਗਰੇਵਾਲ ਸਾਹਿਬ ਤੁਸੀਂ ਰਾਜਪੁਰੇ ਤੋਂ ਦੁਬਾਰੇ ਲੜ ਰਹੇ ਹੋ ਚੋਣਾਂ ਫਿਰ ਇਸ ਵਾਰ? ਦੇਖੋ, ਮੇਰਾ ਰੋਲ ਮੇਰੀ ਪਾਰਟੀ ਨੇ ਤੈਅ ਕਰਨਾ ਹੁੰਦਾ, ਮੈਂ ਇਹ ਨਹੀਂ ਕਹਿੰਦਾ ਮੈਂ ਲੜ ਰਿਹਾ, ਵੈਸੇ ਮੈਂ ਤਿਆਰੀ ਕੀਤੀ ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਵੀ ਜਿਸ ਤਰ੍ਹਾਂ ਦੇ ਨਾਲ ਹਜੇ ਵੀ ਕੱਲ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੇ ਘਰਾਵ ਦੀ ਹੈ ਹਜੇ ਕਾਲ ਉਹ ਹਜੇ ਵਾਪਸ ਨਹੀਂ ਹੋਈ ਹੈਗੀ, ਜੇ ਚੋਣਾਂ ਨੂੰ ਸਮਾਂ ਥੋੜਾ ਰਹਿ ਗਿਆ ਅਮੂਮਨ ਤੌਰ ਤੇ ਪਾਰਟੀਆਂ ਸ਼ੁਰੂ ਕਰ ਗਈਆਂ ਨੇ। ਦੇਖੋ, ਜਿਹੜੇ ਅਨਸਰ ਨੇ, ਮੈਂ ਅੱਜ ਕਹਿਣਾ ਕਿ ਇਹਨਾਂ ਨੇ ਤਾਂ ਰੁਕਣਾ ਨਹੀਂ ਆਪਣੀਆਂ ਗਤੀਵਿਧੀਆਂ ਤੋਂ, ਚਾਹੇ ਅੰਦੋਲਨ ਸਮਾਪਤ ਹੋ ਜਾਏ, ਚਾਹੇ ਕਿਸਾਨਾਂ ਦੀਆਂ ਸਾਰੀਆਂ ਗੱਲਾਂ ਮੰਨ ਵੀ ਲਈਆਂ ਨੇ, ਉਸ ਤੋਂ ਬਾਅਦ ਵੀ ਇਹਨਾਂ ਨੇ ਨਹੀਂ ਮੰਨਣਾ, ਇਹ ਤਾਂ ਆਪਦੇ ਕੰਮ ਕਰਨਗੇ। ਇਹਨਾਂ ਅੰਤਰ ਜਦੋਂ ਤੱਕ ਕਾਂਗਰਸ ਸਹਿ ਦਿੰਦੀ ਹੈ, ਕਾਂਗਰਸ ਦੀ ਇੱਥੇ ਸੱਤਾ, ਉਦੋਂ ਤੱਕ ਸ਼ਾਂਤੀ ਨਹੀਂ ਹੋ ਸਕਦੀ। ਅਸੀਂ ਉਹਦੇ ਨਾਲ ਜੂਝਣਾ ਜਾਣਦੇ ਹਾਂ। ਲੀਡਰਾਂ ਦੀ ਦਿੱਕਤਾਂ ਨਹੀਂ ਬਦਲਣਗੀਆਂ ਕਿਉਂਕਿ ਅਰੁਣ ਨਾਰੰਗ ਨਾਲ ਜਦੋਂ ਸੈਸ਼ਨ ਦੇ ਵਿੱਚੋਂ ਗੱਲ ਕਰੀ ਸੀ ਉਹ ਕਹਿੰਦੇ ਔਖਾ ਹੋ ਗਿਆ ਸਾਨੂੰ ਬਾਹਰ ਪ੍ਰਚਾਰ ਕਰਨਾ। ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਜਿਹਨੂੰ ਔਖਾ ਨਾ ਲੜੇ, ਜਿਹਨੂੰ ਨਹੀਂ ਔਖਾ ਲੱਗਦਾ, ਜਿਹਨੇ ਜਾਨ ਦੇਣ ਨੂੰ ਬੈਠਾ ਦੇਸ਼ ਦੀ ਏਕਤਾ ਅਖੰਡਤਾ ਲਈ, ਉਹ ਲੜ ਲੇ। ਹਰਜੀਤ ਗਰੇਵਾਲ ਦਾ ਤਾਂ ਸਭ ਤੋਂ ਵੱਡਾ ਵਿਰੋਧ ਆ, ਤੁਹਾਨੂੰ ਡਰ ਨਹੀਂ ਲੱਗਦਾ ਵੀ ਆਖਰ ਚੋਣਾਂ 'ਚ ਜਾਊਂਗਾ ਤਾਂ ਕਿਤੇ ਕੱਲ ਵਿਰੋਧ ਹੋਊਗਾ? ਮੈਂ ਤਾਂ ਕੱਲ ਵੀ ਆਪਦੇ ਹਲਕੇ 'ਚ ਸੀ, ਅੱਗੇ ਵੀ ਜਾਊਂਗਾ। ਮੈਂ ਤਾਂ ਕਹਿੰਦਾ ਰਾਜੇਵਾਲ ਆ ਕੇ ਚੁਣਾਵ ਲੜ ਲੈ ਮੇਰੇ ਸਾਹਮਣੇ, ਤੇ ਬਹੁਤ ਚੰਗੀ ਗੱਲ ਹੋਵੇ। ਜਾਣੀ ਕਿ ਸਿੱਧਾ ਚੈਲੰਜ ਤੁਸੀਂ ਕਰਤਾ ਹੈਗਾ ਜਾਂ ਕਿਉਂਕਿ ਕਨਸਟੀਟਿਊਂਸੀ 'ਚ ਗੱਲ ਕਹਿਣੀ ਹੋਰ ਹੈ ਤੇ ਉਰੇ ਦੀ ਗੱਲ ਹੋਰ ਹੈ? ਨਹੀਂ, ਕੋਈ ਵੀ ਲੜ ਲੈ, ਕੋਈ ਵੀ, ਸਭ ਨੂੰ ਹੱਕ ਆ ਬਈ। ਉਹਨਾਂ ਨੂੰ ਲੱਗਦਾ ਕਿ ਮੈਂ ਗਲਤ ਕੀਤਾ, ਜਨਤਾ ਨੂੰ ਆ ਕੇ ਦੱਸਣ ਕਿ ਮੈਂ ਗਲਤ ਕੀਤਾ ਕੁਛ। ਮੈਂ ਬਿਲਕੁਲ ਠੀਕ ਕੀਤਾ। ਅੱਜ ਵੀ ਮੈਂ ਕਹਿੰਦਾ ਕਾਨੂੰਨ ਬਹੁਤ ਅੱਛੇ ਸੀ, ਕਿਸਾਨ ਹਿੱਤ ਸੀ। ਇਹ ਕਿਸਾਨ ਅੱਜ ਤੋਂ 10 ਸਾਲ ਬਾਅਦ ਕਹੂਗਾ, ਔਰ ਇਹਨਾਂ ਨੇ ਬਹੁਤ ਬੜਾ ਬਲੰਡਰ ਕੀਤਾ ਇਹ। ਪਰ ਚਲੋ ਮੰਨ ਲਈ ਗੱਲ, ਹੁਣ ਤਾਂ ਗੱਲ ਹੀ ਖਤਮ ਹੋ ਗਈ ਉਹਦੇ ਬਾਰੇ ਕਹਿਣ ਦੀ ਗੱਲ। ਮੈਂ ਤਾਂ ਮੇਰੀ ਪਾਰਟੀ ਦੇ ਲੋਕਾਂ ਨੂੰ ਵੀ, ਲੀਡਰਾਂ ਨੂੰ ਵੀ ਕਹਿੰਦਾ ਰਹਿਣਾ, ਭਾਈ ਜਿਹਨੂੰ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਪਸੰਦ ਹੋਵੇ ਉਹ ਸਾਡੇ ਨਾਲ ਰਹੇ, ਜਿਹਨੂੰ ਸਾਡੀ ਵਿਚਾਰਧਾਰਾ ਪਸੰਦ ਹੋਵੇ, ਜੋ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਦਾ ਇਕਾਤਮ ਮਾਨਵ ਦਰਸ਼ਨ, ਉਹ ਸਾਡੇ ਨਾਲ ਰਹੇ, ਬਾਕੀ ਸਾਡੇ ਖਿਲਾਫ ਹੋਵੇ, ਸਾਨੂੰ ਕੀ ਹੈ। ਪਰ ਜਿਵੇਂ ਗਰੇਵਾਲ ਸਾਹਿਬ ਇਹਦੇ ਪੂਰਾ ਅੰਦੋਲਨ ਚੱਲਿਆ, ਉਹਦੇ ਜਿਵੇਂ ਮਾੜੇ ਸਿੱਟੇ ਚੰਗੇ ਸਿੱਟੇ ਦੋਨੇ ਚੀਜ਼ਾਂ ਬਰਾਬਰ ਰਹੀਆਂ ਨੇ। ਜਿਹੜੇ ਕਿਸਾਨ ਸ਼ਹੀਦ ਹੋ ਗਏ, ਤੁਸੀਂ ਲਗਾਤਾਰ ਕਹਿੰਦੇ ਰਹੇ ਅਸੀਂ ਸ਼ਹੀਦ ਨਹੀਂ ਮੰਨਦੇ ਉਹਨਾਂ ਨੂੰ, ਹੁਣ ਜਦੋਂ ਆਖਰਕਾਰ ਚਲੋ ਪ੍ਰਧਾਨ ਮੰਤਰੀ ਨੇ ਵੀ ਮਾਫੀ ਵੀ ਮੰਗੀ, ਲੋਕਤੰਤਰ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਲੋਕਤੰਤਰ ਦੀ ਜਿੱਤ ਹੋਈ, ਹੁਣ ਮੰਨਦੇ ਹੋ ਕਿ ਹੋਇਆ ਮਾੜਾ? ਇਹ ਕੋਈ ਮਾੜਾ ਨਹੀਂ ਹੋਇਆ। ਮਾੜਾ ਤਾਂ ਹੁੰਦਾ ਜੇ ਅਸੀਂ ਕਿਸੇ ਦੇ ਜਾਨਾਂ ਤਾਂ ਗਈਆਂ। ਹੁਣ ਤੁਸੀਂ ਇੱਥੇ ਬੈਠੇ ਹਾਰਟ ਅਟੈਕ ਹੋ ਜੇ, ਮੈਂ ਤੁਹਾਡਾ ਹੀ ਕਰੂੰਗਾ ਜੀ? ਮੇਰੀ ਗਲਤੀ ਹੈ ਵੀ ਤੁਸੀਂ ਇੰਟਰਵਿਊ ਕਰਨ ਆਏ ਸੀ, ਹਾਰਟ ਅਟੈਕ ਹੋ ਗਿਆ ਤੁਹਾਨੂੰ, ਜਾਂ ਮੈਨੂੰ ਕੁਝ ਹੋ ਜੇ, ਉਹ ਤੁਹਾਡੀ ਗਲਤੀ ਹੈ, ਤੁਹਾਨੂੰ ਬਲੇਮ ਕਰਾਂਗੇ? ਹੈਂ, ਇਹਦੇ 'ਚ ਕੀ ਹੋ ਗਿਆ? ਇਹਦੇ 'ਚ ਤਾਂ ਅਗਲੇ ਉੱਥੇ ਗਏ ਆ, ਉਹਨਾਂ ਨੂੰ ਕੀ ਬਿਮਾਰੀ ਆ, ਕੀ ਗੱਲ ਆ, ਕਿ ਨੈਚੁਰਲ ਹੋਈਆਂ ਨੇ ਨਾ, ਅਨਨੈਚੁਰਲ ਤਾਂ ਕੁਝ ਨਹੀਂ ਹੋਇਆ। ਕਿਸੇ ਨੇ ਲਾਠੀ ਡੰਡਾ ਨਹੀਂ ਮਾਰਿਆ, ਕਿਸੇ ਨੇ ਕੁਝ ਨਹੀਂ ਕਿਹਾ। ਤੇ ਪਰ ਹਾਲਾਤ ਕਹਿੰਦੇ ਪੈਦਾ ਕਰੇ ਤਾਂ ਜਿਹਦੇ ਕਰਕੇ ਹੋ ਗਿਆ, ਉਹ ਨਿੱਜੀ ਤੌਰ ਤੇ ਨਹੀਂ ਗਏ ਸੀ, ਉਹ ਲੋਕਾਂ ਵਾਸਤੇ ਲੜਨ ਗਏ। ਸ਼ਹੀਦ ਦੀ ਪਰਿਭਾਸ਼ਾ ਵੀ ਦੇਖਣੀ ਪੈਣੀ ਹੈ। ਜਿਹੜੇ ਲੋਕ ਨੇ ਨਾ, ਇਹਨਾਂ ਨੂੰ ਪਤਾ ਨਹੀਂ, ਸ਼ਹੀਦ ਸੀਗੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ, ਸ਼ਹੀਦ ਸੀ ਬਾਬਾ ਦੀਪ ਸਿੰਘ, ਸਮਝੇ? ਸ਼ਹੀਦ ਉਹਨੂੰ ਕਹਿੰਦੇ ਆ। ਤੇ ਇੱਥੇ ਅਸੀਂ ਸ਼ਹੀਦ ਦੀ ਪਰਿਭਾਸ਼ਾ ਪਤਾ ਨਹੀਂ ਕਿਹੜੀ ਰੱਖਤੀ ਹੈ। ਠੀਕ ਆ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਪਰਿਵਾਰਾਂ ਦੀ, ਇਹ ਠੀਕ ਆ, ਉਹ ਅੰਦੋਲਨ 'ਚ ਗਏ ਨੇ, ਉਹਨਾਂ ਦੀ ਜਾਨ ਚਲੀ ਗਈ, ਪਰ ਇਹਦੇ 'ਚ ਇੱਕ ਦੂਜੇ ਨੂੰ ਬਲੇਮ ਕਰੀ ਜਾਣਾ। ਹੁਣ ਤੁਸੀਂ ਮੈਨੂੰ ਇੰਟਰਵਿਊ ਕਰਦੇ ਹੋ, ਮੈਂ ਤੁਹਾਨੂੰ ਬਲੇਮ ਕਰੂੰਗਾ ਕਿਸੇ ਗੱਲ ਲਈ? ਕੱਲ ਨੂੰ ਮੈਨੂੰ ਕੋਈ ਦਿੱਕਤ ਆ ਜਾਏ ਬੈਠੇ, ਮੈਂ ਤਾਂ ਸਪਸ਼ਟ ਗੱਲ ਕਰਨ ਵਾਲਾ ਬੰਦਾ, ਤੇ ਗੱਲਾਂ ਸਪਸ਼ਟ ਕਰਨੀਆਂ ਚਾਹੀਦੀਆਂ। ਐਵੇਂ ਹੀ ਕਹੀ ਜਾਣਾ ਤੁਸੀਂ ਦੋਸ਼ੀ ਹੋ ਜੀ, ਤੁਸੀਂ ਦੋਸ਼ੀ ਹੋ। ਕਾਹਦੇ ਦੋਸ਼ੀ ਹੋ ਜੀ ਅਸੀਂ? ਦੋਸ਼ੀ ਤਾਂ ਕਾਂਗਰਸ ਆ ਜਿਹਨੇ ਨਸਲਕੁਸ਼ੀ ਕੀਤੀ ਆ, ਉਹਨੂੰ ਕਹਿੰਦੇ ਨਹੀਂ ਹੈਗੇ। ਕਾਂਗਰਸ ਨੇ ਕਿਹਾ ਕਿ 90,000 ਕਰੋੜ ਦਾ ਕਰਜ਼ਾ ਮਾਫ ਕਰਾਂਗੇ, ਕੀਤਾ ਨਹੀਂ ਹੈ, ਉਹਦੇ ਬਾਰੇ ਰਾਜੇਵਾਲ ਦੀ ਜ਼ੁਬਾਨ ਨਹੀਂ ਨਿਕਲਦੀ ਕਿਉਂਕਿ ਕਾਂਗਰਸ ਦੇ ਬੰਦੇ ਨੇ। ਉਗਰਾਹਾਂ ਜਿਹੜਾ ਬਿੱਲੀ ਥੈਲਿਓਂ ਬਾਹਰ ਆ ਗਈ, ਬਰਾਬਰ ਬੈਠ ਕੇ ਚੀਫ ਮਿਨਿਸਟਰ ਦੇ ਕਹਿ ਰਿਹਾ, ਚੰਨੀ ਸਾਹਿਬ ਦੇ, ਕਿ ਹੁਣ ਅਸੀਂ ਕਾਂਗਰਸ ਦਾ ਘਰਾਓ ਨਹੀਂ ਕਰਨਾ, ਕਾਂਗਰਸ ਤਾਂ ਪਾਕ ਸਾਫ਼ ਹੋ ਗਈ। ਇਹਨਾਂ ਦੀ ਮਨਸ਼ਾ ਦੇਖੋ ਨਾ ਤੁਸੀਂ, ਉਹ ਗੱਲ ਹੀ ਨਹੀਂ ਬੋਲਦੇ। ਹਰ ਸਟੇਟ ਗਵਰਨਮੈਂਟ ਕੰਪਨਸੇਟ ਕਰਦੀ ਹੈ। 50-50 ਲੱਖ ਲਖੀਮਪੁਰ ਖੀਰੀ ਜਾ ਕੇ ਦੇ ਕੇ ਆਏ ਆ, ਇੱਥੇ ਕਹਿਣ ਨਾ ਦੇਣ 50-50 ਲੱਖ। ਅਸੀਂ ਕਹਿੰਦੇ ਆ, ਮੇਰੀ ਮੰਗ ਆ ਪੰਜਾਬ ਸਰਕਾਰ ਤੋਂ ਦਿਓ 50-50 ਲੱਖ। ਹਰਿਆਣਾ ਸਰਕਾਰ ਵੀ ਦੇ ਰਹੀ ਆ, ਸਟੇਟ ਗਵਰਨਮੈਂਟ ਕਰਦੀਆਂ ਹੁੰਦੀਆਂ, ਸੈਂਟਰ ਨੇ ਥੋੜਾ ਕਰਨਾ ਕਿਸੇ ਨੂੰ ਕੰਪਨਸੇਟ। ਗਰੇਵਾਲ ਸਾਹਿਬ ਲਾਸਟ 2 ਤੋਂ 3 ਸਵਾਲ ਹੀ ਪੁੱਛੂੰਗਾ ਤੁਹਾਡੇ ਤੋਂ। ਇੱਕ, ਕੰਗਨਾ ਰਣੌਤ ਦੇ ਲਗਾਤਾਰ ਜੇ ਕਹੀਏ ਬਿਆਨਬਾਜ਼ੀਆਂ ਹੁੰਦੀਆਂ ਰਹਿੰਦੀਆਂ ਨੇਗੀਆਂ, ਸਿਕਿਉਰਿਟੀ ਵੀ ਦਿੱਤੀ ਉਹਨਾਂ ਨੂੰ ਜਦੋਂ ਪਿਛਲੀ ਵਾਰੀ ਜਿਸ ਤਰ੍ਹਾਂ ਦਾ ਉਹਨਾਂ ਦੇ ਹਾਲਾਤ ਚਲੋ ਬੰਬੇ ਵਾਲਾ ਹੋਇਆ, ਉਦੋਂ ਨਾਰੀ ਸ਼ਕਤੀ ਦੀ ਗੱਲ ਬਹੁਤ ਹੋਈ। ਬੀਜੇਪੀ ਨਾਲ ਨੇੜਤਾ ਇਹ ਜੀ ਕੀ ਹੈ ਕਿ ਆਖਰਕਾਰ ਉਹਨਾਂ ਨੂੰ ਤੁਸੀਂ ਕੀ ਸਮਝਦੇ ਹੋ ਵੀ ਬੀਜੇਪੀ ਦੇ ਨਾਲ ਕਿਤੇ ਨੇੜਤਾ ਜ਼ਿਆਦਾ ਆ, ਜਾਂ ਫਿਰ ਬੀਜੇਪੀ ਦੀਆਂ ਗੱਲਾਂ ਜ਼ਿਆਦਾ ਵਧੀਆ ਲੱਗਦੀਆਂ ਨੇ? ਬੀਜੇਪੀ ਵਾਲੇ ਖੁਦ ਸਪੋਰਟ ਕਰਦੇ ਨੇ ਕੰਗਨਾ ਨੂੰ?
ਦੇਖੋ ਅਸੀਂ ਕਿਸੇ ਐਸੀ ਗੱਲ ਨੂੰ ਸਪੋਰਟ ਨਹੀਂ ਕਰਦੇ ਜਿਹੜੀ ਅਨੈਤਿਕ ਹੋਵੇ। ਇਹ ਤੁਹਾਡੇ ਤੋਂ ਮੈਂ ਪਹਿਲੀ ਵਾਰੀ ਤਾਂ ਪੁੱਛਿਆ ਕਿਉਂਕਿ ਲਗਾਤਾਰ ਜੇ ਦੇਖਿਆ ਜਾਵੇ ਸੁਣ ਲਓ ਯਾਰ। ਰੋਲ ਰਿਹਾ ਉਹਨਾਂ ਦਾ ਵੀ ਇਸ 'ਚ। ਜਿਹੜੀ ਗੱਲ ਅਨੈਤਿਕ ਹੋਵੇ ਉਹਦਾ ਅਸੀਂ ਕਦੇ ਸਮਰਥਨ ਨਹੀਂ ਕਰਦੇ। ਕੰਗਨਾ ਰਣੌਤ ਪਹਿਲੀ ਗੱਲ ਤਾਂ ਸਾਡੀ ਮੈਂਬਰ ਨਹੀਂ ਹੈ, ਉਹਨੂੰ ਫਿਲਮ ਸਟਾਰ ਹੋਣ ਦੀ ਵਜ੍ਹਾ ਕਰਕੇ ਇਹ ਮਿਲਿਆ ਜਿਹੜਾ ਅਵਾਰਡ ਮਿਲਿਆ, ਔਰ ਉਹਨੂੰ ਜਿਹੜੀ ਸਿਕਿਉਰਿਟੀ ਮਿਲੀ, ਜਿਹੜਾ ਉਹਨੂੰ ਰਿਸਕ ਉੱਥੋਂ ਸਟੇਟ ਗਵਰਨਮੈਂਟ ਤੋਂ ਹੋਇਆ, ਖਤਰਾ ਹੋਇਆ, ਉਸ ਕਰਕੇ ਮਿਲੀ ਸੀ। ਕਿਉਂਕਿ ਸਟੇਟ ਗਵਰਨਮੈਂਟ ਹੀ ਧਮਕੀਆਂ ਦੇ ਰਹੀ ਸੀ ਉਹਨੂੰ, ਤੇ ਉਹਦਾ ਘਰ ਤੋੜਤਾ, ਹੋਰ ਗੱਲਾਂ ਕਰਤੀਆਂ, ਇਲੀਗਲ ਸਾਰਾ ਕੰਮ ਕੀਤਾ, ਕੋਰਟ ਵੀ ਕਹਿ ਰਹੀ ਹੈ, ਉਸ ਕਰਕੇ ਮਿਲੀ ਸੀ। ਉਹ ਜੇ ਗਲਤ ਗੱਲਾਂ ਕਰੂਗੀ, ਉਹਨਾਂ ਦੇ ਅਸੀਂ ਸਮਰਥਕ ਨਹੀਂ ਹੈਗੇ। ਕੰਗਨਾ ਰਣੌਤ ਕਈ ਚੀਜ਼ਾਂ 'ਚ ਬਹੁਤ ਗਲਤ ਬੋਲਦੀ ਹੈ, ਉਹ ਨਫ਼ਰਤ ਫੈਲਾਉਣ ਵਾਲੀ ਗੱਲ ਆ, ਤੇ ਉਹਦਾ ਮੈਂ ਇਹ ਸਮਝਦਾ ਕਿ ਇਹ ਗੱਲਾਂ ਉਹਨੂੰ ਨਹੀਂ ਕਰਨੀਆਂ ਚਾਹੀਦੀਆਂ। ਹੁਣ ਉਹਨੂੰ ਸ਼ੋਭਾ ਨਹੀਂ ਦਿੰਦੀਆਂ। ਜਦੋਂ ਬੰਦਾ ਕੋਈ ਅਵਾਰਡ ਮਿਲ ਜੇ ਜਾਂ ਕੁਝ ਮਿਲ ਜੇ, ਉਸ ਤੋਂ ਬਾਅਦ ਉਹਨੂੰ ਬੜੀ ਠੀਕ ਤਰੀਕੇ ਦੀ ਗੱਲ ਕਰਨੀ ਚਾਹੀਦੀ ਹੈ। ਤੇ ਉਹ ਜਿਸ ਤਰ੍ਹਾਂ ਦੀ ਗੱਲ ਆ, ਮੈਨੂੰ ਅੱਛੀ ਨਹੀਂ ਲੱਗੀ। ਘੱਟੋ ਘੱਟ ਨਾ ਮੇਰੀ ਪਾਰਟੀ ਨੂੰ ਅੱਛੀ ਲੱਗਦੀਆਂ ਇਹ ਜਿਹੀਆਂ ਗੱਲਾਂ। ਉਹਨੇ ਲੋਕ ਕੁਛ ਦਾ ਕੁਛ ਬੋਲੀ ਜਾਂਦੇ ਆ, ਤੇ ਉਹਨੂੰ ਇਹ ਨਹੀਂ ਪਤਾ। ਪਰ ਲੋਕਾਂ ਦੇ ਵਿੱਚ ਤਾਂ ਇਹ ਮੈਸੇਜ ਹੈ ਨਾ, ਇਹ ਤਾਂ ਚਲੋ ਤੁਸੀਂ ਅੱਜ ਸਪਸ਼ਟ ਕੀਤੀ ਇਹ ਗੱਲ ਵੀ ਅਸੀਂ ਤੁਹਾਨੂੰ ਵੀ ਗੱਲਾਂ ਉਹਨਾਂ ਦੀ ਭੈੜੀਆਂ ਲੱਗਦੀਆਂ ਨੇ। ਉਹਨੂੰ ਇਹ ਨਹੀਂ ਪਤਾ ਵੀ ਖਾਲਸਾ ਦਾ ਇਤਿਹਾਸ ਕੀ ਹੈ, ਹਿਸਟਰੀ ਨਹੀਂ ਵਿਚਾਰੀ ਨੂੰ ਪਤਾ। ਉਹ ਬੋਲੀ ਜਾਂਦੀ ਹੈ ਪੈਰਾਂ ਹੇਠ ਦਰੜ ਤੇ, ਉਹ ਕਰਤੇ। ਅੱਜ ਖਾਲੀ ਹਰੀ ਸਿੰਘ ਨਲਵਾ ਦਾ ਇਤਿਹਾਸ ਪੜ੍ਹ ਲੇ। ਹਰੀ ਸਿੰਘ ਨਲਵਾ ਦੀ ਵਜ੍ਹਾ ਕਰਕੇ ਅੱਜ ਜਿਹੜੀਆਂ ਲੋਕ ਸਲਵਾਰਾਂ ਪਾਉਂਦੇ ਨੇ ਨਾ ਅਫਗਾਨਿਸਤਾਨ 'ਚ, ਉਹਦੀਆਂ ਪਵਾਈਆਂ ਹੋਈਆਂ ਨੇ। ਖਾਲਸਾ ਉਰੇ ਵੀ ਪਾਈ ਜਾਂਦੇ ਨੇ, ਕਈ ਤਾਂ ਉਰੇ ਵੀ ਪਾਈ ਜਾਂਦੇ ਨੇ, ਲੀਡਰ ਵੀ ਪਾਈ ਜਾਂਦੇ। ਉਹ ਪਾਈ ਜਾਣ, ਤੇ ਉਹ ਉਹਨਾਂ 'ਚੋਂ ਹੀ ਨੇ। ਨਵਜੋਤ ਸਿੰਘ ਸਿੱਧੂ ਪਾਉਂਦੇ ਆ ਕਦੇ ਕਦੇ, ਠੀਕ ਹੈ ਨਾ, ਉਹਨਾਂ ਦੇ ਨਾਲ ਕਲਚਰ ਮਿਲਦਾ ਜੁਲਦਾ ਉਹਨਾਂ ਦਾ। ਤੇ ਕਿਉਂਕਿ ਇਮਰਾਨ ਬੜੇ ਭਾਈ ਹੈ, ਤੂੰ ਪਾਏਂਗੀ ਨਾ, ਤਾਂ ਇਸ ਕਰਕੇ ਠੀਕ ਹੈ। ਉਹ ਤਾਂ ਭਰਾ ਦੀ ਭਰਾ ਕਰਦਾ, ਪਰ ਇੱਥੇ ਬਹੁਤੇ ਨਹੀਂ ਪਾਉਂਦੇ ਹੈਗੇ। ਇਸ ਕਰਕੇ ਮੈਂ ਇਹ ਸਮਝਦਾ ਕਿ ਉਹ ਰਿਵਾਜ ਤਾਂ ਬਣਿਆ ਸੀ। ਇਸ ਤਰ੍ਹਾਂ ਦੇ ਇਤਿਹਾਸ ਸਾਰੇ ਪੜ੍ਹ ਲਏ, ਫਿਰ ਪਤਾ ਚੱਲੂਗਾ। ਬਾਬਾ ਦੀਪ ਸਿੰਘ ਦਾ ਪੜ੍ਹ ਲਏ, ਸਾਹਿਬਜ਼ਾਦਿਆਂ ਦਾ ਪੜ੍ਹ ਲਏ। ਸਾਨੂੰ ਕੌਣ ਦਰੜ ਸਕਦਾ? ਸਿੱਖਾਂ ਨੇ ਤਾਂ ਇਹ ਕਿਹਾ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਤੇ ਇਹ ਕੰਗਨਾ ਰਣੌਤ ਨੂੰ ਪਤਾ ਨਹੀਂ ਹੈ, ਤੇ ਉਹਨੂੰ ਇਹ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ। ਔਰ ਇਹਦੇ ਲਈ ਮੈਂ ਸਮਝਦਾ ਕਿ ਉਹਨੂੰ ਮਾਫੀ ਵੀ ਮੰਗਣੀ ਚਾਹੀਦੀ ਹੈ, ਕਿਉਂਕਿ ਕੋਈ ਗਲਤ ਗੱਲ ਇਨਸਾਨ ਕੋਲੋਂ ਹੋ ਜਾਂਦੀ ਹੈ ਕੰਮ ਕਰਦੇ ਕਰਦੇ। ਤੇ ਉਹ ਜਦੋਂ ਇਸ ਤਰ੍ਹਾਂ ਦਾ ਅਵਾਰਡ ਉਹਨੂੰ ਮਿਲਿਆ ਹੋਇਆ, ਸਟਾਰ ਹੈਗੀ ਆ ਉਹ, ਤੇ ਉਹਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ। ਉਹਨੂੰ ਜ਼ਿਆਦਾ ਇਸ ਚੱਕਰ 'ਚ ਨਹੀਂ ਪੈਣਾ ਚਾਹੀਦਾ। ਅਗਰਵਾਲ ਸਾਹਿਬ, ਅਖੀਰ 'ਚ ਹੁਣ ਅੱਗੇ ਦਾ ਸਫ਼ਰ ਸ਼ੁਰੂ ਹੋ ਗਿਆ। ਲੱਗਦਾ ਵੀ ਇਹ ਕਾਨੂੰਨ ਜਿਵੇਂ ਹੁਣ ਰੱਦ ਕਰਨ ਦੀ ਪ੍ਰਧਾਨ ਮੰਤਰੀ ਨੇ ਕਹਿਤੀ, ਚਲੋ ਫੈਸਲਾ ਲੈ ਲਿਆ ਸਰਕਾਰ ਨੇ, ਇਦੋਂ ਰਾਹ ਅੱਗੇ ਦਾ ਥੋੜ੍ਹਾ ਜਿਹਾ ਸੌਖਾ ਹੋ ਗਿਆ। ਲੱਗਦਾ ਵੀ ਅੱਗੇ ਚੋਣਾਂ ਦਾ ਵੀ ਥੋੜ੍ਹਾ ਜਿਹਾ ਸੌਖਾ ਰਹੂਗਾ। ਤੇ ਦੂਜਾ ਇੱਕ ਨਾਲ ਇਹ ਵੀ ਦੱਸ ਦਿਓ ਕਿ ਪਹਿਲਾਂ ਤਾਂ ਕੋਈ ਸ਼ਾਇਦ ਨਹੀਂ ਸੀਗੇ ਉਹਨੇ ਲੋਕ ਜਾਣਾ ਚਾਹੁੰਦੇ, ਹੁਣ ਕੋਈ ਅਪਰੋਚ ਹੋਣ ਲੱਗੀ ਵੀ ਬੀਜੇਪੀ 'ਚ ਅਸੀਂ ਆਉਣਾ ਹੈ? ਨਹੀਂ, ਸਾਡੇ ਕੋਲ ਤਾਂ ਪਹਿਲਾਂ ਵੀ ਲਿਸਟਾਂ ਸੀਗੀਆਂ, ਅਸੀਂ ਜਾਣ ਕੇ ਨਹੀਂ ਸ਼ਾਮਲ ਕੀਤੇ। ਬਹੁਤੇ ਲੋਕ 5000 ਲੋਕ ਤਾਂ ਹੋ ਚੁੱਕੇ ਆ। ਉਹ ਇਹ ਠੀਕ ਸੀਗਾ ਕਿ ਉਹ ਬਲਾਕ ਸੰਮਤੀ ਲੈਵਲ ਦੇ ਸੀ, ਉਹ ਜ਼ਿਲ੍ਹਾ ਪ੍ਰੀਸ਼ਦ ਦੀ ਵੱਡੀ ਪਹਿਚਾਣ ਵਾਲਾ ਨਹੀਂ ਕੋਈ ਹੋਇਆ ਵੀ ਕਹਿੰਦਾ। ਸੁਣੋ ਨਾ ਜੀ, ਬੜੀ ਪਹਿਚਾਣ ਵਾਲੇ ਅਸੀਂ ਜਾਣ ਕੇ ਨਹੀਂ ਕੀਤੇ। ਜੇ ਅਸੀਂ ਉਦੋਂ ਦਿਖਾਉਂਦੇ ਨਾ ਵੀ ਅਸੀਂ ਤਕੜੇ ਹੋ ਸਕਦੇ ਹਾਂ, ਤੇ ਨਾ ਤਾਂ ਕਾਂਗਰਸ ਦੋ ਫਾੜ ਹੋਣੀ ਸੀ, ਤੇ ਨਾ ਹੀ ਆਮ ਆਦਮੀ 'ਚ ਹੋਣੀ ਸੀ। ਇਹ ਜਦੋਂ ਅਸੀਂ ਤਕੜੇ ਦਿਖਾਈ ਦਿੰਦੇ ਹਾਂ, ਫਿਰ ਆਪਸ 'ਚ ਇੱਕ ਹੋ ਜਾਂਦੇ ਆ। ਤੁਸੀਂ ਸਮਝੋ ਗੱਲ। ਬੀਜੇਪੀ ਨਾਲ ਤਾਂ ਇਦਾਂ ਦੀ ਦੁਸ਼ਮਣੀ ਕਰਦੇ ਆ ਸਾਰੇ। ਤੇ ਇਸ ਕਰਕੇ ਹੁਣ ਮੌਕਾ ਆ ਗਿਆ, ਬਹੁਤ ਲੋਕ ਸ਼ਾਮਲ ਹੋਣ ਵਾਲੇ ਆ। ਸਾਡੇ ਕੋਲ ਇਹ ਤੋਂ ਪਹਿਲਾਂ ਹੀ ਲਿਸਟਾਂ ਨੇ। ਇਹੀ ਮੌਜੂਦਾ ਪਾਰਟੀਆਂ ਦੀ ਨਹੀਂ ਕਿ ਪਾਰਟੀਕੂਲਰ ਇੱਕ ਆਇਆ ਵੀ ਸੱਤਾ ਪੱਖ 'ਚ ਹੀ ਆਉਣਾ ਜਾਂ ਵਿਰੋਧੀ ਪੱਖ 'ਚ ਹੀ ਆਉਣਾ? ਇਹ ਸਾਰੀਆਂ ਪਾਰਟੀਆਂ 'ਚੋਂ ਹੀ ਆ ਰਹੇ ਆ, ਯਾਨੀ ਕਿ ਆਉਂਦੇ ਦਿਨਾਂ 'ਚ ਹੋ ਸਕਦਾ ਨਾ। ਹੋ ਜਾਵੇ। ਬਹੁਤ ਬਹੁਤ ਧੰਨਵਾਦ। ਇਹ ਸੀ ਹਰਜੀਤ ਸਿੰਘ ਗਰੇਵਾਲ। ਕਿਉਂਕਿ ਇਹ ਜਿਹੜਾ ਪੂਰਾ ਕਿਸਾਨੀ ਅੰਦੋਲਨ ਦਾ ਸਫ਼ਰ ਰਿਹਾ, ਹਾਲਾਂਕਿ ਅੰਦੋਲਨ ਹਜੇ ਵੀ ਚੱਲ ਰਿਹਾ। ਗਰੇਵਾਲ ਕਹਿੰਦੇ ਕਿ 2024 ਤੱਕ ਖਿੱਚਣਾ ਚਾਹੁੰਦੇ ਨੇ, ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇਹ ਅੰਦੋਲਨ ਚੱਲਿਆ, ਤੇ ਉਦੋਂ ਬਾਅਦ ਦੇ ਵਿੱਚ ਕਿਸਾਨ ਜਿੱਤ ਮੰਨਦਾ ਇਹਨੂੰ ਕਿ ਪ੍ਰਧਾਨ ਮੰਤਰੀ ਨੇ ਆਖਰਕਾਰ ਕਾਨੂੰਨ ਵਾਪਸ ਲਏ। ਹੁਣ ਅੱਗੇ ਚੋਣਾਂ ਦਾ ਸਫ਼ਰ ਸ਼ੁਰੂ ਹੋਣਾ ਹੈ। ਚੋਣਾਂ 2022 ਨੂੰ ਲੈ ਕੇ ਬੀਜੇਪੀ ਨੂੰ ਵੀ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ ਹੈ, ਕਿਉਂਕਿ ਖੁੱਲ੍ਹ ਕੇ ਕਹਿੰਦੇ ਪ੍ਰਚਾਰ ਕਰ ਸਕਣਗੇ ਤੇ ਖੁੱਲ੍ਹ ਕੇ ਲੋਕਾਂ ਦੇ ਵਿੱਚ ਜਾਇਆ ਜਾਊ। ਇੱਕ ਜਿਹੜੀ ਐਂਟੀ ਕਮੇਸੀ ਬਣ ਰਹੀ ਸੀ ਉਹ ਜ਼ਰੂਰ ਖਤਮ ਹੁੰਦੀ ਵੀ ਨਜ਼ਰ ਆਊਗੀ, ਪਰ ਕੌਲ ਹਜੇ ਵਾਪਸ ਨਹੀਂ ਲਈ ਘਰਾਵ ਦੀ। ਖੈਰ, ਪਰ ਕੀ ਬੀਜੇਪੀ ਨੂੰ ਹੁਣ ਵੱਡਾ ਸਮਰਥਨ ਪੰਜਾਬ 'ਚ ਮਿਲੂਗਾ, ਇਹ ਸਵਾਲ ਹਜੇ ਬਣਿਆ ਹੋਇਆ, ਕਿਉਂਕਿ ਚੋਣਾਂ ਦੇ ਨਤੀਜੇ ਇਹ ਚੀਜ਼ ਸਪਸ਼ਟ ਕਰਨਗੇ। ਸੀਨੀਅਰ ਵੀਡੀਓ ਜਰਨਲਿਸਟ ਕਮਲਨਾਥ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।